सतनाम श्री वाहिगुरु साहब जी। कृपा करो दीन के दाते, कृपा करो दीन के दाते। मेरा गुण अवगुण ना विचारो कोई, माटी का क्या तो पै स्वामी। मानस की गत यही जप मन सतनाम सदा सतनाम। जप मन सतनाम सदा सतनाम। हलत पलत मुख उजल होई है, नित त्याई हर पुरख निरंजना। जय हर सिमरन भया तह उपाद गत कीनी। जय हर सिमरन पया तह उपाद गत कीनी। बड़ भागी हर जपना, जन नानक का गुरु मत दीनी। जप हर पव जल तरना। फरीदा खिंथड़ मेखा अगलियां। फरीदा खिंथड़ मेखा अगलियां, जिंद ना काई मेख। बारी आपो अपनी चले मसाइक शेख। राणा राव ना को रह रंग ना तुंग फकीर। बारी आपो अपनी कोई ना बंदा तीर। कालं परनासी दयालं स्वरूपे, सदा अंग संगे अभंगंग बपूते। धरण गगन नव खंड मह जो स्वरूपी रहे ऊपर। पन मथुरा किस पेद नहीं, गुर अर्जन पर तख हर। सगल द्वार को छाड़ के गयो तुआरो द्वार। बाहें गहे की लाज यस गोविंद दास तुहार। प्यारे जो संगी है तेरो, हर जस गाए ले मना। प्यारे संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो,
ਹਰਦਾਸ ਜੀ ਗਾਏ ਲੈ ਮਨਾ ਹਰਦਾਸ ਜੀ ਗਾਏ ਲੈ ਮਨਾ ਹਰਦਾਸ ਜੀ ਗਾਏ ਲੈ ਮਨਾ ਪਿਆਰੇ ਹਰਦਾਸ ਜੀ ਗਾਏ ਲੈ ਮਨਾ ਪਿਆਰੇ ਹਰਦਾਸ ਜੀ ਗਾਏ ਲੈ ਮਨਾ ਪਿਆਰੇ ਹਰਦਾਸ ਜੀ ਗਾਏ ਲੈ ਮਨਾ 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 ਪਿਆਰੇ ਹਰਦਾਸ ਜੀ ਗਾਏ ਲੈ ਮਨਾ ਹਰਦਾਸ ਜੀ ਗਾਏ ਲੈ ਮਨਾ ਪਿਆਰੇ ਹਰਦਾਸ ਜੀ ਗਾਏ ਲੈ ਮਨਾ ਓ ਸੰਗੀ ਹੈ ਤੇਰੋ ਹਰਦਾਸ ਗਾਏ ਲੈ ਮਨਾ ਪਿਆਰੇ ਓ ਸੰਗੀ ਹੈ ਤੇਰੋ ਹਰਦਾਸ ਗਾਏ ਲੈ ਮਨਾ ਪਿਆਰੇ ਜੋ ਸੰਗੀ ਹੈ ਤੇਰੋ ਹਰਦਾਸ ਗਾਏ ਲੈ ਮਨਾ ਪਿਆਰੇ ਜੋ ਸੰਗੀ ਹੈ ਤੇਰੋ ਹਰਦਾਸ ਗਾਏ ਲੈ ਮਨਾ ਹਰਦਾਸ ਗਾਏ ਲੈ ਮਨਾ ਪਿਆਰੇ ਜੋ ਸੰਗੀ ਹੈ ਤੇਰੋ ਹਰਦਾਸ ਗਾਏ ਲੈ ਮਨਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਿਹਾ ਮਾਨ ਲੈ ਮੇਰੋ ਸੰਬਤ ਰਾਤਨ ਰਾਜ ਸਿਉ ਅਤ ਨੇਹੁ ਲਗਾਇਓ ਕਾਲ ਪਾਸ ਜਬ ਗਲ ਪਰੀ ਸਭ ਪਇਓ ਪਰਾਇਓ ਜਾਣ ਬੂਝ ਕੇ ਬਾਬਰੇ ਤੈ ਕਾਜ ਬਗਾਰਿਓ ਪਾਪ ਕਰਤ ਸੁਖ ਚੋ ਨਹੀਂ ਗਰਭ ਨਿਵਾਰਿਓ ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਇੱਥੇ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਇਹ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਦੀ ਪੁਰਜਾ ਬਣਾ ਵਾਰੀ ਆਈ ਦੀ
ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਬੈਠਣੀ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਏ ਬੈਠਣੀ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ ਵਾਰੀ ਆਈ ਜੀ ਤੁਰ ਜਾਵਣਾ ਉਹ ਵਾਰੀ ਆਈ ਜੀ ਤੁਰ ਜਾਵਣਾ 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 ਬੈਠਣੀ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਏ ਬੈਠਣੀ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਤੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਰਾਣਾ ਗਾਓ ਨਾ ਕੋ ਰਹਿ ਰੰਗ ਨਾ ਸੰਗ ਫਕੀਰ ਵਾਰੀ ਆਪੋ ਆਪਣੀ ਹੋਏ ਨਾ ਬੰਦਾ ਵੀਰ ਬਹੁਤ ਹੀ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹਾਜ਼ਰਾ ਹਜ਼ੂਰ ਗੱਦੀ ਕੇ ਬਿਰਾਜਮਾਨ ਚਬਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਰਬੱਤ ਸੰਗਤਾਂ ਰਿਸ਼ਤੇਦਾਰ ਭੈਣ ਭਰਾ ਸਾਕ ਸੰਬੰਧੀ ਨਗਰ ਨਿਵਾਸੀ ਸਾਰੇ ਰਲ ਮਿਲ ਕੇ ਬੀਬੀ ਚੰਦਰ ਕੌਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਰਹੇ ਹਾਂ। ਆਓ ਸਤਸੰਗ ਸਭ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਾਂ ਆਪਣੀਆਂ ਹਾਜ਼ਰੀਆਂ ਲਵਾ ਲਈਏ ਅਤੇ ਰਸਨਾ ਨੂੰ ਪਵਿੱਤਰ ਕਰੀਏ। ਸਾਰੀਆਂ ਸੰਗਤਾਂ ਫਤਿਹ ਦਾ ਜਵਾਬ ਫਤਿਹ ਦਿਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਓ
ਅੱਜ ਆਪਾਂ ਸਤਿਕਾਰਯੋਗ ਬੀਬੀ ਸਿੰਦਰ ਕੌਰ ਜੀ, ਜੋ ਕਿ ਕੁਝ ਦਿਨ ਪਹਿਲਾਂ ਮਾਤ ਲੋਕ ਦੀ ਯਾਤਰਾ ਕਰਦੇ ਪਰਲੋਕ ਸਿਧਾਰ ਗਏ। ਜਿਸ ਦਿਨ ਉਹਨਾਂ ਦਾ ਸੰਸਕਾਰ ਹੋਇਆ, ਉਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਸਦਾ ਲਈ ਦੁਨੀਆ ਤੋਂ ਚਲੇ ਗਏ। ਭਾਵੇਂ ਪਰਿਵਾਰਕ ਮੈਂਬਰਾਂ ਨੇ, ਸਾਰੇ ਰਿਸ਼ਤੇਦਾਰ, ਸੱਜਣਾ ਮਿੱਤਰਾਂ ਨੂੰ ਸੁਨੇਹੇ ਵੀ ਘੱਲੇ ਹੋਣਗੇ। ਜਿਸ ਕਿਸੇ ਨੂੰ ਵੀ ਪਤਾ ਲੱਗੇ, ਆਪਾਂ ਸਾਰੇ ਜਾਣੇ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ। ਉਹਨਾਂ ਦੇ ਅੰਤਮ ਸੰਸਕਾਰ ਦੇ ਸਮੇਂ ਤੇ ਸਾਰਿਆਂ ਨੇ ਹੀ ਹਾਜ਼ਰੀ ਲਵਾਈ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਫਿਰ ਭਾਵੇਂ ਫੁੱਲਾਂ ਦੀ ਰਸਮ ਹੋਈ, ਭਾਵੇਂ ਫਿਰ ਵੀ ਜਦੋਂ ਕਿਸੇ ਨੂੰ ਪਤਾ ਲੱਗਦਾ ਗਿਆ, ਆਪਾਂ ਸਾਰੇ ਜਾਣੇ ਰਿਸ਼ਤੇਦਾਰ, ਭੈਣ ਭਾਈ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਦੇ ਰਹੇ। ਸਾਧ ਸੰਗਤ ਅੱਜ ਫੇਰ ਇਕੱਤਰ ਹੋਏ ਹੈ, ਕਿਉਂਕਿ ਅੱਜ ਆਪਾਂ ਜਿੰਨੇ ਵੀ ਰਿਸ਼ਤੇਦਾਰ, ਸਾਕ ਸੰਬੰਧੀ ਹੈ, ਸਾਰਿਆਂ ਨੇ ਹੀ ਰਲ ਮਿਲ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਅਕਾਲ ਪੁਰਖ ਮਹਾਰਾਜ, ਉਸ ਪ੍ਰਾਣੀ ਤੋਂ ਅੱਜ ਜੀਵਨ ਦੇ ਪੈਂਡੇ 'ਤੇ ਚੱਲਦੇ ਹਾਂ, ਬੜੀਆਂ ਗਲਤੀਆਂ, ਭੁੱਲਾਂ ਟੁੱਟੀਆਂ ਹੋ ਗਈਆਂ ਹੋਣਗੀਆਂ। ਕਿਰਪਾ ਕਰਕੇ ਬਖਸ਼ ਲੈਣਾ। ਉਸ ਜੀਵਾਤਮਾ ਨੂੰ ਵਿੰਗੀਆਂ ਟੇਢੀਆਂ ਜੂਨਾਂ ਤੋਂ ਬਚਾ ਕੇ ਆਪਣੇ ਚਰਨਾਂ ਦੇ ਵਿੱਚ ਸਥਾਨ ਬਖਸ਼ਣਾ, ਆਵਾਗਮਨ ਦੇ ਚੱਕਰ ਤੋਂ ਬਚਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੁੱਧ ਸਮਤ ਬਖਸ਼ਿਓ। ਕਿਰਪਾ ਕਰਿਓ, ਪਰਿਵਾਰ ਦੇ ਗ੍ਰਹਿ ਵਿਖੇ ਅੱਗੇ ਵਾਸਤੇ ਸੁੱਖ ਸ਼ਾਂਤੀ ਵਰਤਾਇਓ, ਚੜ੍ਹਦੀ ਕਲਾ ਰੱਖਿਓ। ਇਹ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਅੱਜ ਆਪਾਂ ਇਕੱਤਰ ਹੋਏ। ਸਾਧ ਸੰਗਤ, ਮੈਂ ਬੇਨਤੀ ਕਰ ਦੇਵਾਂ ਕਿ ਪਰਿਵਾਰ ਵੱਲੋਂ ਜੋ ਗੁਰੂ ਕਾ ਲੰਗਰ ਹੈ ਉਹ ਤਿਆਰ ਕੀਤਾ ਗਿਆ ਸਾਰੀਆਂ ਸੰਗਤਾਂ ਵਾਸਤੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰ ਵੱਲੋਂ ਭਾਈ ਗੁਰੂ ਕੇ ਲੰਗਰ ਵਿੱਚ ਹਾਜ਼ਰੀ ਲਵਾਉਣੀ ਹੈ ਸਾਰਿਆਂ ਨੇ। ਉਸ ਤੋਂ ਉਪਰੰਤ ਫਿਰ ਆਪਾਂ ਨੇ ਗੁਰੂ ਚਰਨਾਂ ਦੇ ਵਿੱਚ ਪਹੁੰਚਣਾ ਹੈ। ਅੱਜ ਆਪਾਂ ਬੀਬੀ ਸਿੰਦਰ ਕੌਰ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ ਨਾ। ਕਿਤੇ ਇਹ ਨਾ ਹੋਵੇ ਨਾ ਅਸੀਂ ਚਾਹ ਪਾਣੀ ਛਕਿਆ, ਇੱਧਰ ਉੱਧਰ ਬੈਠ ਕੇ ਹੀ ਗੱਲਾਂ ਬਾਤਾਂ ਮਾਰ ਕੇ ਬਾਹਰ ਹੀ ਮੁੜ ਗਏ। ਜਿਹਦੇ ਨਿਮਿਤ ਆਏ ਹੈ ਉਹਦੇ ਨਿਮਿਤ ਗੁਰੂ ਚਰਨਾਂ 'ਚ ਕੁਝ ਨਾ ਕੁਝ ਸਮਾਂ ਤਾਂ ਸਾਡਾ ਬੈਠਣ ਦਾ ਫਰਜ਼ ਬਣ ਜਾਂਦਾ ਨਾ। ਜਿੱਥੇ ਅਸੀਂ ਉਸ ਵਿਛੜ ਚੁੱਕੀ ਆਤਮਾ ਨੂੰ ਸ਼ਰਧਾਂਜਲੀ ਦੇਣ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਹਾਂ, ਉੱਥੇ ਜਿੰਨਾ ਕੁ ਚਿਰ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠਾਂਗੇ, ਅੰਮ੍ਰਿਤ ਬਾਣੀ ਸਰਵਣ ਕਰਾਂਗੇ, ਸਾਡੇ ਆਪਣੇ ਜੀਵਨ ਦੀਆਂ ਕੁਝ ਘੜੀਆਂ, ਕੁਝ ਸਵਾਸਾਂ ਦੀ ਪੂੰਜੀ ਉਹ ਵੀ ਸਫਲ ਹੋ ਜਾਵੇਗੀ। ਭਾਵੇਂ ਸਾਧ ਸੰਗਤ ਇੱਕ ਰੱਬ ਦੇ ਘਰ ਦਾ ਕਾਨੂੰਨ ਹੈ, ਜਿਹਨੂੰ ਲਾ ਕਹਿ ਦਿੰਦੇ ਆ, ਉਹਦੇ ਘਰ ਦਾ ਅਸੂਲ ਹੈ, ਕਾਨੂੰਨ ਬਣਾਇਆ ਉਹਨੇ, ਲਾ ਏ ਕਿ ਜਿਹੜਾ ਬੰਦਾ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ। ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ। ਮਹਾਰਾਜ ਜੀ ਗੁਰਬਾਣੀ ਵਿੱਚ ਇਸੇ ਗੱਲ ਵਾਸਤੇ ਸਮਝਾਉਣਾ ਕਰਦੇ ਨੇ ਨਾ ਸਾਨੂੰ। ਮਹਾਰਾਜ ਜੀ ਕਹਿੰਦੇ, ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ। ਅਸੀਂ ਹਰ ਰੋਜ਼ ਅਰਦਾਸਾਂ ਵਿੱਚ ਸੁਣ ਤਾਂ ਲੈਂਦੇ ਹਾਂ ਕਿ ਗੁਰਬਾਣੀ ਕਹਿੰਦੀ ਹੈ ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ, ਪਰ ਕਈ ਵਾਰੀ ਵਿਚਾਰਨ ਤੋਂ ਅੰਗਰੇਜ਼ ਕਰ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਗੁਰਬਾਣੀ ਕਹਿੰਦੀ ਕੀ ਹੈ। ਮਹਾਰਾਜ ਜੀ ਕਹਿੰਦੇ ਘੱਲੇ ਆਵੈ, ਉਹਦੇ ਭੇਜੇ ਹੋਏ ਘੱਲੇ ਹੋਏ ਆਏ ਆ। ਇਲਾਕਿਆਂ ਦੀਆਂ ਬੋਲੀਆਂ ਨੇ, ਅਲੱਗ ਅਲੱਗ ਇਲਾਕੇ ਦੀ।
क्योंकि साध संगत गुरु नानक देव महाराज जी ਜਿਹੜੇ ਇਲਾਕੇ ਦੇ ਵਿੱਚ ਗਏ ਨੇ, 4 ਉਦਾਸੀਆਂ ਕੀਤੀਆਂ ਨੇ ਮਹਾਰਾਜ ਜੀ ਨੇ। ਜਿਹੜੇ ਇਲਾਕੇ 'ਚ ਗਏ ਨੇ ਉਸ ਇਲਾਕੇ ਦੀ ਬੋਲੀ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਜੇ ਭਗਤ ਨਾਮਦੇਵ ਜੀ ਬਿਦਰ ਦੇ ਇਲਾਕੇ ਨੇ ਤਾਂ ਉੱਧਰਲੀ ਬੋਲੀ ਹੈ ਜਿਹੜੀ ਬਿਦਰ ਦੀ ਹੈ। ਜੇ ਕਰਨਾਟਕਾ ਦੇ ਵਿੱਚ ਨਾਮਦੇਵ ਜੀ ਗਏ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨੇ, ਤਾਂ ਉੱਧਰ ਦੀ ਕਰਨਾਟਕਾ ਦੀ ਜਿਹੜੀ ਕੰਨੜ ਭਾਸ਼ਾ ਉਹਦੇ ਵਿੱਚ ਬਾਣੀ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਉਚਾਰਨ ਕੀਤੀ ਆ ਉਸੇ ਇਲਾਕੇ ਦੀ ਬਾਣੀ ਆਵਾਜ਼ ਭਾਸ਼ਾ ਦੇ ਵਿੱਚ। ਮਹਾਰਾਜ ਜੀ ਕਹਿੰਦੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹਦੇ ਘੱਲੇ ਹੋਏ ਦੁਨੀਆ ਤੇ ਆਏ ਆ, ਭੇਜੇ ਹੋਏ ਘੱਲੇ ਹੋਏ। ਉਹਨੇ ਘੱਲਿਆ ਆਪਾਂ ਨੂੰ ਇੱਥੇ ਭੇਜਿਆ, ਆਪਣੀ ਮਰਜ਼ੀ ਨਾਲ ਨਹੀਂ ਆਏ। ਸੱਦੇ ਉੱਠੀ ਜਾਏ, ਜਦੋਂ ਸੱਦਾ ਆ ਗਿਆ, ਉਹਦਾ ਬੁਲਾਵਾ ਆ ਗਿਆ, ਉੱਠੀ ਜਾਏ, ਫਿਰ ਉੱਠ ਕੇ ਜਾਣਾ ਪੈਣਾ, ਦੁਨੀਆ ਛੱਡਣੀ ਪੈਣੀ ਹੈ। ਆ ਰੰਗਲੇ ਸੰਸਾਰ ਨੂੰ ਛੱਡਣਾ ਪੈਣਾ ਹੈ। ਬੰਦਿਆ ਕਾਹਦਾ ਮਾਣ ਕਰਦਾ ਹੈ? ਇਹ ਤਾਂ ਚਲੋ ਚੱਲੀ ਦਾ ਮੇਲਾ ਹੈ। ਇੱਥੇ ਤਾਂ ਬਸ ਆਈ ਜਾਂਦੇ ਨੇ, ਜਾਈ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਮਹਾਰਾਜ ਜੀ ਕਹਿੰਦੇ ਭਾਈ ਇੱਕ ਦਿਨ ਤੈਨੂੰ ਵੀ ਜਾਣਾ ਪੈਣਾ ਹੈ, ਤੈਨੂੰ ਵੀ ਜਾਣਾ ਪੈਣਾ, ਤੂੰ ਵੀ ਸਮਝ ਕਰ। ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁੱਕਦੀ ਚੱਲੀ ਰਹਿਣ। ਆਇਆ ਲਾਹਾ ਲੈਣ, ਰੱਬ ਦੇ ਨਾਮ ਦਾ ਲਾਹਾ ਲੈਣ। ਆ ਦੁਨਿਆਵੀ ਧੰਦਿਆਂ ਵਿੱਚ ਖਰਚ ਹੋ ਕੇ ਰਹਿ ਗਏ ਆ। ਯਾਦ ਰੱਖ ਤਾਂ ਦੁਨੀਆ ਤੋਂ ਇੱਕ ਦਿਨ ਜਾਣਾ ਹੈ। ਉਹਦੇ ਨਾਲ ਜਿਹੜੇ ਵਾਅਦੇ ਕਰਕੇ ਆਏ ਨਾ, ਉਹਦਾ ਪਲ ਪਲ ਦਾ ਰਾਈ ਰਾਈ ਦਾ ਹਿਸਾਬ ਕਿਤਾਬ ਹੋਣਾ ਉਹਦੇ ਦਰ ਤੇ। ਹੋਰ ਰੇੜੇ ਰਾਹੀ ਰਾਨੇ ਜਾਂਦੇ। ਫਰੀਦਾ ਕਿੱਥੇ ਤੈਂਡੇ ਮਾਪਿਆਂ ਉਹ ਵੀ ਚਲੇ ਗਏ ਨਾ, ਮਾਂ ਬਾਪ ਕਿੱਥੇ ਚਲੇ ਗਏ ਸਾਡੇ, ਉਹ ਵੀ ਚਲੇ ਗਏ। ਉਹ ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਹੀ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਹੀ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਤੂੰ ਵੀ ਤੁਰ ਜਾਏਗਾ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਤੂੰ ਵੀ ਤੁਰ ਜਾਏਗਾ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਤੂੰ ਵੀ ਤੁਰ ਜਾਏਗਾ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਇੱਕ ਦਿਨ ਤੂੰ ਵੀ ਤੁਰ ਜਾਏਗਾ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ। ਜਿਹੜੇ ਰਾਹੀ ਰਾਨੇ ਜਿਹੜੇ ਰਾਹੀ ਰਾਨੇ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਗਾ।
ਮਹਾਰਾਜ ਜੀ ਕਹਿੰਦੇ ਇੱਕ ਦਿਨ ਤੈ ਵੀ ਆ ਜਾਣਾ ਹੈ, ਤੈ ਵੀ ਨਹੀਂ ਰਹਿਣਾ ਇੱਥੇ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਮਹਾਰਾਜ ਜੀ ਕਹਿੰਦੇ ਭਾਈ ਤੈ ਵੀ ਜਾਣਾ ਇੱਕ ਦਿਨ, ਤੂੰ ਵੀ ਇਸ ਦੁਨੀਆ ਤੇ ਨਹੀਂ ਰਹਿਣਾ। ਬੰਦਿਆ ਫਿਰ ਮਾਣ ਕਾਹਦਾ ਹੈ, ਮਾਣ ਕਾਹਦਾ ਹੈ, ਕਿਹੜੀ ਗੱਲ ਦਾ ਮਾਣ ਕਰਦੇ? ਜਾਣਾ ਜਦੋਂ ਫਿਰ ਲੱਗਿਆ ਰਹਿ, ਰੱਬ ਦੇ ਨਾਮ ਦੇ ਨਾਲ ਜੁੜਿਆ ਰਹੇ। ਅਸੀਂ ਤਾਂ ਛੋਟੀ ਛੋਟੀ ਗੱਲ ਦਾ ਮਾਣ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਕਾਹਦਾ ਮਾਣ ਕਰਦਾ ਹੈ? ਕਹਿੰਦੇ ਜਵਾਨੀ ਦਾ, ਤੇਰੇ ਤੇ ਜਵਾਨੀ ਆ ਗਈ, ਬਚਪਨ ਲੰਘ ਗਿਆ ਤੇਰਾ, ਹੁਣ ਜਵਾਨੀ ਦਾ ਵੀ ਮਾਣ ਹੋ ਗਿਆ। ਤੁਰਦਾ ਹੁਣ ਘੂਰ ਘੂਰ ਕੇ ਤੁਰਨ ਲੱਗੇ, ਇਹ ਜਵਾਨੀ ਨੇ ਵੀ ਇੱਕ ਦਿਨ ਚਲੇ ਜਾਣਾ। ਤੇਰੇ ਕੋਲੇ ਬਚਪਨ ਆਇਆ ਸੀ ਨਾ, ਉਹ ਬਚਪਨ ਚਲਿਆ ਗਿਆ ਤੇਰੇ ਕੋਲੋਂ, ਹੁਣ ਜਵਾਨੀ ਆ ਗਈ ਤੇਰੇ ਤੇ। ਹੁਣ ਮਹਾਰਾਜ ਜੀ ਕਹਿੰਦੇ ਫਿਰ ਜੇ ਜਵਾਨੀ ਆ ਗਈ, ਜਵਾਨੀ ਨੂੰ ਬੁਢਾਪੇ ਨੇ ਖਾ ਲੈਣਾ, ਬੁਢਾਪਾ ਆ ਜਾਣਾ, ਇਹਨੇ ਵੀ ਚੱਲਿਆ ਜਾਣਾ, ਇਹ ਵੀ ਨਹੀਂ ਰਹਿਣੀ ਤੇਰੇ ਕੋਲ। ਜੇ ਬੁਢਾਪਾ ਆ ਗਿਆ ਫਿਰ ਮਹਾਰਾਜ ਜੀ ਕਹਿੰਦੇ ਫਿਰ ਬੁਢਾਪਾ ਵੀ ਨਹੀਂ ਰਹਿਣਾ ਤੇਰੇ ਕੋਲੇ। ਇੱਕ ਦਿਨ ਆਉਣਾ ਜਿਸ ਦਿਨ ਤਾਂ ਲੰਮੀਆਂ ਤਾਣ ਕੇ ਸੌ ਜਾਣਾ, ਇੱਕ ਦਿਨ ਸੌ ਜਾਣਾ। ਰਹਿਣਾ ਨਹੀਂ ਤਾਂ ਸੰਸਾਰ ਤੇ। ਮਹਾਰਾਜ ਜੀ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਸਭ ਕੁਝ ਛੱਡ ਜਾਣਾ ਹੈ। ਕਾਹਦਾ ਮਾਣ ਹੈ? ਬਹੁਤ ਸੋਹਣੇ ਕੱਪੜੇ ਪਾਏ ਨੇ ਮੈਂ, ਇਹੋ ਮਾਣ ਹੈ। ਬੜਾ ਮੇਰੇ ਤੇ ਰੂਪ ਰੰਗ ਹੈ, ਇਹੋ ਮਾਣ ਹੈ। ਮਹਾਰਾਜ ਜੀ ਕਹਿੰਦੇ ਇੱਥੇ ਹੀ ਰਹਿ ਜਾਣਾ ਸਾਰਾ ਕੁਝ, ਕੁਝ ਤੇਰੇ ਨਾਲ ਨਹੀਂ ਜਾਣਾ। ਫਿਰ ਮਾਣ ਕਾਹਦਾ ਹੈ? ਸਾਧ ਸੰਗਤ ਆਓ ਥੋੜਾ ਸਮਾਂ ਗੁਰ ਇਤਿਹਾਸ ਦੀਆਂ ਵਿਚਾਰਾਂ, ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਮਹਾਰਾਜ ਜੀ ਕਹਿੰਦੇ ਭਾਈ ਕੁਝ ਨਹੀਂ ਰਹਿਣਾ ਤੇਰੇ ਕੋਲ, ਇੱਕ ਦਿਨ ਤੈਨੂੰ ਜਾਣਾ ਪੈਣਾ। ਅੱਜ ਸਾਡੇ ਵਿੱਚੋਂ ਸਾਡੇ ਸਤਿਕਾਰਯੋਗ ਮਾਤਾ ਸ਼ਿੰਦਰ ਕੌਰ ਜੀ, ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ, ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ, ਉਹਨਾਂ ਦੇ ਮਾਤਾ ਮੇਰੀ ਸਤਿਕਾਰਯੋਗ ਭੈਣ ਜਸਵਿੰਦਰ ਕੌਰ, ਉਹਨਾਂ ਦੀ ਮਾਤਾ ਸੁੱਚਾ ਸਿੰਘ ਜੀ ਦਾ ਪਰਿਵਾਰ, ਸਾਡੇ ਵਿੱਚੋਂ ਭੈਣ ਸਿੰਦਰ ਕੌਰ ਚਲੀ ਗਈ। ਪਰਿਵਾਰ ਇੱਕ ਫੁਲਵਾੜੀ ਦੀ ਤਰ੍ਹਾਂ, ਜਿਹਦੇ ਵਿੱਚ 2 ਪੁੱਤਰ ਤੇ 1 ਧੀ ਹੈ। ਸਾਧ ਸੰਗਤ ਅੱਜ ਫੁਲਵਾੜੀ ਦੇ ਵਿੱਚੋਂ ਇੱਕ ਫੁੱਲ ਮੁਰਝਾ ਗਿਆ, ਮਾਂ ਵਾਲਾ। ਮਾਂ ਦਾ ਘਰ ਦੇ ਵਿੱਚ ਬਹੁਤ ਵੱਡਾ ਰੁਤਬਾ ਹੁੰਦਾ ਹੈ। ਮਾਂ ਦਾ ਘਰ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਮਾਂ ਤੋਂ ਬਿਨਾਂ ਜਿਹੜਾ ਘਰ ਹੈ ਉਹ ਸੁੰਨਾ ਹੈ। ਮਾਂ ਤੋਂ ਬਿਨਾਂ ਜਿਹੜਾ ਘਰ ਹੈ ਉਹ ਊਣਾ ਹੈ। ਮਾਂ ਤੋਂ ਬਿਨਾਂ ਜਿਹੜਾ ਘਰ ਹੈ ਉਹਦੇ ਵਿੱਚ ਖੁਸ਼ੀਆਂ ਨਹੀਂ। ਜੇ ਘਰ ਵਿੱਚ ਮਾਂ ਨਹੀਂ ਫਿਰ ਘਰ ਦੇ ਵਿੱਚ ਉਦਾਸੀਆਂ ਵੀ ਨੇ। ਮਾਂ ਹਰ ਇੱਕ ਦੁੱਖ ਸੁੱਖ ਨੂੰ ਆਪਦੇ ਸੀਨੇ ਤੇ ਜਰ ਲੈਂਦੀ ਹੈ, ਪਰ ਆਪਣੇ ਧੀਆਂ ਪੁੱਤਰਾਂ ਤੱਕ ਸੇਕ ਨਹੀਂ ਲੱਗਣ ਦਿੰਦੀ, ਨਹੀਂ ਲੱਗਣ ਦਿੰਦੀ। ਇਸੇ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਮਾਤਾ ਨੂੰ ਬੜਾ ਸਤਿਕਾਰ ਦਿੱਤਾ ਹੈ, ਮਾਤਾ ਨੂੰ ਬੜਾ ਆਦਰ ਮਾਣ ਦਿੱਤਾ। ਹਰ ਇੱਕ ਜਗ੍ਹਾ ਤੇ ਮਾਂ ਨੂੰ ਅੱਗੇ ਰੱਖਿਆ। ਮਹਾਰਾਜ ਜੀ ਗੁਰਬਾਣੀ ਦੇ ਵਿੱਚ ਜਦੋਂ ਗੁਰਬਾਣੀ ਸ਼ੁਰੂ ਕਰੀ ਹੈ, ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ। ਪਹਿਲਾ ਮਾਤਾ ਗੁਰੂ ਮਾਤਾ ਨੂੰ ਨਮਸਕਾਰ ਹੈ। ਗੁਰਦੇਵ ਮਾਤਾ ਪਹਿਲਾ ਗੁਰੂ ਮਾਤਾ ਉਹਨੂੰ ਨਮਸਕਾਰ ਹੈ। ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ। ਸਾਧ ਸੰਗਤ ਪਹਿਲਾ ਗੁਰੂ ਮਾਤਾ ਨੂੰ ਕਹਿ ਦਿੱਤਾ ਮਹਾਰਾਜ ਜੀ ਨੇ। ਹਰ ਇੱਕ ਜਗ੍ਹਾ ਤੇ ਮਾਂ ਦਾ ਸਤਿਕਾਰ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਕੱਤਰ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੀ ਬੀੜ ਲਿਖਾਉਣ ਲੱਗੇ। ਸਾਧ ਸੰਗਤ ਉੱਥੇ ਹੋਰ ਭਗਤ ਵੀ ਪਹੁੰਚ ਗਏ। ਮਹਾਰਾਜ ਸਾਡੀ ਬਾਣੀ ਵੀ ਲਿਖੋ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਬਾਣੀ ਬੀੜ ਤਿਆਰ ਕਰਨ ਲੱਗਿਓ ਗੁਰਬਾਣੀ ਦੀ, ਇਹਦੇ ਵਿੱਚ ਸਾਡੀ ਬਾਣੀ ਲਿਖ ਦਿਓ। ਉੱਥੇ ਭਗਤ ਕਾਨਾ ਆ ਗਿਆ। ਭਗਤ ਕਾਨਾ, ਭਗਤ ਕਾਨਾ ਆਪਣੀ ਬਾਣੀ ਲੈ ਕੇ ਆ ਗਿਆ, ਕਹਿੰਦਾ ਮੇਰੀ ਬਾਣੀ ਵਿੱਚ ਲਿਖ ਦਿਓ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਰ ਮਾਰ ਦਿੱਤਾ।
ਕਹਿੰਦੇ ਭਗਤ ਕਾਨਾ ਜੀ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਹੋ ਸਕਦੀ। ਕਿਉਂ? ਕਹਿੰਦੇ ਤੁਹਾਡੀ ਜਿਹੜੀ ਬਾਣੀ ਹੈ, ਤੁਹਾਡੀ ਬਾਣੀ ਦੇ ਵਿੱਚ ਕਾਨੇ ਨੇ ਆਪਣੀ ਬਾਣੀ ਵਿੱਚ ਲਿਖਿਆ ਸੀ, ਕਹਿੰਦਾ ਜਿਹੜੀ ਔਰਤ ਹੈ ਇਹ ਪੈਰ ਦੀ ਜੁੱਤੀ ਹੈ, ਜਦੋਂ ਮਰਜ਼ੀ ਬਦਲੀ ਜਾ ਸਕਦੀ ਹੈ, ਜਦੋਂ ਮਰਜ਼ੀ ਲਾ ਕੇ ਸੁੱਟ ਦਿਓ। ਮਹਾਰਾਜ ਜੀ ਕਹਿੰਦੇ ਇਹ ਜਿਹੜੀ ਬਾਣੀ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦੇਵੇ, ਜਿਹੜੀ ਬਾਣੀ ਹਰ ਇੱਕ ਮਨੁੱਖ ਦਾ ਸਤਿਕਾਰ ਕਰੇ, ਉਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੋ ਸਕਦੀ ਹੈ। ਭੰਡ ਨਿੰਮੀ ਹੈ, ਭੰਡ ਜੰਮੀ ਹੈ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੇ ਚੱਲਾ ਰਾਹੋ, ਭੰਡ ਮੁਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਮਹਾਰਾਜ ਜੀ ਕਹਿੰਦੇ ਉਹ ਗੁਰਬਾਣੀ ਦਰਜ ਹੋਣੀ ਹੈ ਬਾਬੇ ਨਾਨਕ ਦੇ ਕਹਿਣ ਦੇ ਮੁਤਾਬਿਕ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਜਿਹਦੇ ਵਿੱਚ ਬਾਣੀ ਦੇ ਵਿੱਚ ਔਰਤ ਨੂੰ ਸਤਿਕਾਰ ਦਿੱਤਾ ਜਾਵੇ, ਸੋ ਕਿਉਂ ਮੰਦਾ ਆਖੀਐ। ਉਹਨੂੰ ਕਿਉਂ ਮੰਦਾ ਮਾੜਾ ਕਹਿੰਦੇ ਹੋ? ਔਰਤ ਨੂੰ, ਇਸਤਰੀ ਨੂੰ ਕਿਉਂ ਮਾੜਾ ਕਿਹਾ ਜਾਂਦਾ? ਉਹਦੀ ਪੇਟ ਦਾ ਰਾਜੇ ਪੈਦਾ ਹੋਏ ਨੇ, ਇਹਦੇ ਪੇਟੋਂ ਤਾਂ ਭਗਤ ਸੂਰਮੇ ਦਾਨੀ, ਇਹਦੇ ਪੇਟੋਂ ਭਗਤ ਪੈਦਾ ਹੋਏ ਨੇ, ਇਹਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਫਿਰ ਬਾਣੀ ਇਨਕਾਰ ਕਰ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਫਿਰ ਬਾਣੀ ਲੈ ਕੇ ਆਇਆ ਸੰਤ ਤੁਲਸੀਦਾਸ। ਸੰਤ ਤੁਲਸੀਦਾਸ ਦੇ ਆਪਾਂ ਨੇ ਬੜੇ ਦੋਹੇ ਸੁਣੇ ਹੋਣਗੇ, ਲੋਕਾਂ ਨੇ ਆਮ ਸੁਣਦੇ ਆ ਦੋਹੇ ਸੰਤ ਤੁਲਸੀਦਾਸ ਦੇ। ਉਹ ਬਾਣੀ ਲੈ ਕੇ ਆਇਆ, ਮਹਾਰਾਜ ਮੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰ ਦਿਓ। ਮਹਾਰਾਜ ਜੀ ਕਹਿੰਦੇ ਤੇਰੀ ਬਾਣੀ ਸੰਤ ਤੁਲਸੀਦਾਸ, ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਤੇਰੀ ਬਾਣੀ ਦੇ ਵਿੱਚ ਔਰਤ ਜਾਤੀ ਨੂੰ ਨਿੰਦਿਆ, ਭੰਡਿਆ। ਕੀ ਲਿਖਿਆ ਹੈ? ਕਹਿੰਦਾ ਔਰਤ ਦੀ ਮੱਤ ਗੀਚੀ ਵਿੱਚ ਹੁੰਦੀ ਹੈ, ਗੁੱਤ ਪਿੱਛੇ। ਮਹਾਰਾਜ ਜੀ ਕਹਿੰਦੇ ਇਹ ਬਾਣੀ ਦਰਜ ਨਹੀਂ ਹੋ ਸਕਦੀ। ਇਹ ਬਾਣੀ ਨੂੰ ਤਾਂ ਬੜੇ ਗੁਰੂਆਂ ਨੇ ਸਤਿਕਾਰ ਦੇਣਾ ਹੈ, ਬੰਦੇ ਨੂੰ ਬੜਾ ਸਤਿਕਾਰ ਦੇਣਾ ਹੈ। ਇਹ ਬਾਣੀ ਵਿੱਚ ਉਹੀ ਸ਼ਬਦ ਦਰਜ ਹੋ ਸਕਦਾ ਹੈ ਜਿਹੜਾ ਅਕਾਲ ਪੁਰਖ ਮਹਾਰਾਜ ਦੇ ਦਰ ਤੋਂ ਆਇਆ ਹੋਵੇ। ਕਈਆਂ ਨੇ ਕਿਹਾ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾ ਕੇ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਤੋਂ ਮਾਫ ਕਰਨਾ, ਸ਼ਾਹਜਹਾਨ ਬਾਦਸ਼ਾਹ ਵਰਗਿਆਂ ਨੇ ਜ਼ੋਰ ਲਾਏ। ਸਾਧ ਸੰਗਤ ਪੁੱਛਿਆ ਬਾਣੀ ਸਾਡੀ ਇਸਲਾਮ ਧਰਮ ਦੀ, ਮੁਹੰਮਦ ਸਾਹਿਬ ਦੀ ਬਾਣੀ ਵਿੱਚ ਦਰਜ ਕਰ ਦਿਓ। ਉਹ ਕਹਿੰਦੇ ਵੀ ਇਹਦੇ ਵਿੱਚ ਕਿਸੇ ਦੀ ਬਾਣੀ ਦਰਜ ਨਹੀਂ ਹੋ ਸਕਦੀ। ਕਿਉਂ? ਮਹਾਰਾਜ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬਿਲਾਲੋ। ਇਹ ਤਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਜਿਹੜੀ ਖਸਮ ਦੇ ਅਕਾਲ ਪੁਰਖ ਮਹਾਰਾਜ ਦੇ ਦਰ ਤੋਂ ਆਉਂਦੀ ਹੈ, ਉਹ ਬਾਣੀ ਇਹਦੇ ਵਿੱਚ ਦਰਜ ਹੋਊਗੀ। ਜਿਹੜੀ ਆਮ ਬੰਦਿਆਂ ਦੀ ਲਿਖੀਆਂ ਹੋਈਆਂ ਕਵਿਤਾ ਨੇ, ਇਹ ਦਰਜ ਨਹੀਂ ਹੋ ਸਕਦੀਆਂ। ਮਹਾਰਾਜ ਜੀ ਕਹਿੰਦੇ ਭਾਈ ਇਹ ਬਾਣੀ ਦੇ ਵਿੱਚ ਔਰਤ ਨੂੰ ਸਤਿਕਾਰ ਦਿੱਤਾ ਹੈ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਮ। ਉਹਨੂੰ ਮਾੜਾ ਨਹੀਂ ਕਹਿਣਾ। ਉਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣਗੀਆਂ। ਸਾਧ ਸੰਗਤ, ਮਹਾਰਾਜ ਜੀ ਨੇ ਬੜਾ ਸਤਿਕਾਰ ਦਿੱਤਾ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ 10ਵੇਂ ਗ੍ਰੰਥ ਦੇ ਵਿੱਚ ਲਿਖ ਦਿੱਤਾ ਹੈ, ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਕਹਿੰਦੇ ਇਹਨਾਂ ਨੂੰ ਚੰਗੀਆਂ ਨੂੰ ਸੋਹਣੀਆਂ ਨੂੰ ਦੇਖ ਕੇ ਇਹਨਾਂ ਦੇ ਮਾੜੀ ਨੀਤ ਨਹੀਂ ਧਾਰਨੀ, ਇਹਨਾਂ ਨੂੰ ਮਾਵਾਂ ਧੀਆਂ ਭੈਣਾਂ ਜਾਣੋ। ਇਹ ਸਾਡੀਆਂ ਕਿ ਧੀਆਂ ਨੇ, ਇਹ ਸਾਡੀਆਂ ਮਾਵਾਂ ਨੇ ਜਿਹੜੀਆਂ ਸਤਿਕਾਰਯੋਗ ਨੇ, ਇਹ ਸਾਡੀਆਂ ਭੈਣਾਂ ਨੇ, ਇਹਨਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਸਾਧ ਸੰਗਤ, ਇਹ ਸਾਨੂੰ ਰੁਤਬੇ ਬਾਬੇ ਨਾਨਕ ਨੇ ਲੈ ਕੇ ਦਿੱਤੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ, ਉੱਥੇ ਇਕੱਲੇ ਭਾਈਆਂ ਨੂੰ ਨਹੀਂ ਛਕਾਇਆ, ਨਾਲ ਭੈਣਾਂ ਨੂੰ ਛਕਾਇਆ। ਜੇ ਭਰਾਵਾਂ ਨੂੰ, ਬੰਦਿਆਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਦੇ ਨਾਂ ਦੇ ਨਾਲ ਸਿੰਘ ਲਾ ਦਿੱਤਾ, ਸ਼ੇਰ ਦਾ ਰੂਪ ਦਾ ਦੇ ਦਿੱਤਾ, ਤੇ ਭੈਣਾਂ ਦੇ ਨਾਮ ਦੇ ਨਾਲ ਵੀ ਫਿਰ ਕੌਰ ਦਾ ਰੁਤਬਾ ਲਾ ਦਿੱਤਾ। ਕੌਰ, ਕੌਰ ਕਹਿੰਦੇ ਨੇ, ਕਿਹਨੂੰ ਕਹਿੰਦੇ ਨੇ? ਜਿਹੜਾ ਰਾਜੇ ਮਹਾਰਾਜੇ ਦਾ ਵੱਡਾ ਪੁੱਤਰ ਹੁੰਦਾ ਉਹਨੂੰ ਕੌਰ ਕਹਿੰਦੇ ਨੇ। ਮਹਾਰਾਜੇ ਦੇ ਵੱਡੇ ਪੁੱਤਰ ਨੂੰ, ਤੁਹਾਨੂੰ ਭੈਣਾਂ ਨੂੰ ਵੱਡੇ ਪੁੱਤਰ ਦਾ ਖਿਤਾਬ ਨਾਲ ਲਾ ਦਿੱਤਾ, ਕੌਰ ਦਾ। ਪਰ ਹੁਣ ਅਸੀਂ ਥੜਕ ਗਏ, ਹੁਣ ਤਾਂ ਕੌਰ ਲਾਉਂਦੇ ਹੀ ਨਹੀਂ ਨਾ। ਅਸੀਂ ਸਿੰਘ ਲਾ ਕੇ ਰਾਜੀ ਹਾਂ। ਜਿਹੜੇ ਆ ਨਵੀਂ ਪਨੀਰੀ ਚੱਲ ਪਈ, ਨੌਵੇਂ ਹੋਰ ਲੋਟ ਰੱਖ ਲਏ, ਆ ਟੀਟੂ ਮੀਟੂ ਸੀਟੂ ਇਹੋ ਜਿਹੇ ਨਾਮ ਰੱਖ ਲਏ। ਅਸੀਂ ਤਾਂ ਸੋਨੀ ਮੋਨੀ ਹੋਣੀ। ਇਹ ਤਾਂ ਅੰਗਰੇਜ਼ਾਂ ਨੇ ਕੁੱਤਿਆਂ ਦੇ ਨਾਂ ਰੱਖੇ, ਤੇ ਇਹੋ ਜਿਹੇ ਨਾ ਨਾਮ ਰੱਖਿਆ ਕਰੋ। ਗੁਰੂ ਪਾਤਸ਼ਾਹ ਜੀ ਨੇ ਜਿਹੜੇ ਨਾਮ ਦਿੱਤੇ ਨੇ, ਭਾਈ ਬਹਾਦਰ ਸਿੰਘ, ਦਲੇਰ ਸਿੰਘ, ਆ ਵਿਸਾਖਾ ਸਿੰਘ, ਵਡਾਵਾ ਸਿੰਘ, ਸਾਧ ਸੰਗ ਵੱਡੇ ਵੱਡੇ ਨਾਮ ਹੀ ਦਿੱਤੇ ਨੇ ਸਾਨੂੰ ਮਹਾਰਾਜ ਜੀ ਨੇ, ਜਿਹਦਾ ਨਾਮ ਸੁਣ ਕੇ ਉਹਦਾ ਰੋਹ ਪੈਦਾ ਹੋ ਜਾਵੇ ਬੰਦੇ ਦਾ।
ਸਾਧ ਸੰਗਤ ਆਓ, ਅੱਜ ਆਪਾਂ ਮਾਤਾ ਸ਼ਿੰਦਰ ਕੌਰ ਦੀ ਅੰਤਮ ਅਰਦਾਸ ਸ਼ਾਮਲ ਹੋਣ ਆਏ ਹਾਂ। ਜਦੋਂ ਅਸੀਂ ਕਿਸੇ ਦੀ ਅਰਦਾਸ ਵਿੱਚ ਸ਼ਾਮਲ ਹੋਣ ਜਾਂਦੇ ਹਾਂ, ਅਸੀਂ ਕਹਿ ਦਿੰਦੇ ਹਾਂ ਵੀ ਉੱਥੇ ਸ਼ਰਧਾਂਜਲੀ ਅਰਪਣ ਕਰਨੀ ਹੈ। ਜਿਹੜੀ ਪੂਰਨ ਸ਼ਰਧਾਂਜਲੀ ਹੈ, ਸੱਚੀ ਸ਼ਰਧਾਂਜਲੀ ਕੀ ਹੈ? ਗੁਰੂ ਚਰਨਾਂ 'ਚ ਉਸ ਪ੍ਰਾਣੀ ਦੇ ਨਿਮਿੱਤ ਅਰਦਾਸ ਕਰਨੀ, ਉਹਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਜਾਣੀ। ਸ਼ਰਧਾਂਜਲੀ ਤਾਂ ਅਸਲੀ ਇਹੋ ਹੁੰਦੀ ਹੈ। ਇਹੀ ਗੁਰੂ ਆਪਾਂ ਅਰਦਾਸ ਕਰਦਾ, ਸਿੰਘ ਸਾਹਿਬਾਨ ਪਾਠੀ ਸਾਹਿਬਾਨ ਕਰਦੇ ਨੇ, ਉੱਥੇ ਵੀ ਇਹੋ ਕੁਝ ਕਿਹਾ ਜਾਂਦਾ ਹੈ। ਸਾਧ ਸੰਗਤ, ਪਰ ਸ਼ਰਧਾਂਜਲੀ ਦੇ ਵਿੱਚ ਕੁਝ ਲਫ਼ਜ਼ ਹੁੰਦੇ ਨੇ ਜਿਹੜੇ ਅਸੀਂ ਪੱਲੇ ਬੰਨ੍ਹ ਕੇ ਲੈ ਜਾਣੇ ਹੁੰਦੇ ਨੇ। ਉਹ ਦੇਖਣਾ ਹੈ ਬੰਦੇ ਦਾ ਜੀਵਨ ਕੈਸਾ ਸੀ। ਜੇ ਇਹਦੇ 2 ਪੁੱਤਰ ਨੇ, ਉਹਨੇ ਪੁੱਤਰਾਂ ਨੂੰ ਕੀ ਸਿੱਖਿਆ ਦਿੱਤੀ ਹੈ? ਨਸ਼ੇ ਪੱਤਿਆਂ ਤੋਂ ਬਚਾ ਕੇ ਰੱਖੇ ਨੇ। ਉਹ ਲੜ ਬੰਨ੍ਹ ਕੇ ਲੈ ਜਿਓ, ਇਹ ਸ਼ਰਧਾਂਜਲੀ ਹੈ। ਭੈਣ ਗੁਰਸਿੱਖ ਸੀ, ਜੇ ਗੁਰਸਿੱਖ ਗੁਰੂ ਘਰ ਆਉਂਦੀ ਆ, ਲੜ ਬੰਨ੍ਹ ਕੇ ਲੈ ਜਿਓ, ਇਹ ਸ਼ਰਧਾਂਜਲੀ ਹੈ। ਜੀਵਨ ਬਣਾਵੋ ਚੰਗਾ, ਚੰਗੀਆਂ ਗੱਲਾਂ ਨੇ, ਜਿਹੜੇ ਚੰਗੇ ਗੁਣ ਨੇ ਮਰਨ ਵਾਲੇ ਵਿੱਚ, ਉਹ ਪੱਲੇ ਬੰਨ੍ਹ ਕੇ ਲੈ ਜਾਈਏ, ਇਹੋ ਸ਼ਰਧਾਂਜਲੀ ਹੈ। ਸਾਧ ਸੰਗਤ, ਮਾਂ ਦਾ ਜਿਹੜਾ ਰੁਤਬਾ ਹੈ ਇਹ ਬਹੁਤ ਵੱਡਾ ਹੈ। ਮਾਂ ਦੇ ਬਿਨਾਂ ਜਿਹੜਾ ਘਰ ਖਾਲੀ ਖਾਲੀ ਜਾਪਦਾ ਹੈ। ਮਾਂ ਤੋਂ ਬਿਨਾਂ ਜਿਹੜੇ ਬੱਚੇ ਨੇ, ਪਰਿਵਾਰ ਆ, ਕਈ ਵਾਰ ਰੁਲ ਜਾਂਦਾ। ਸਾਧ ਸੰਗਤ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਸਾਧ ਸੰਗਤ ਜੀ, ਜਦੋਂ ਉਹਨਾਂ ਦਾ ਜਨਮ ਹੋਇਆ ਸੀ ਲਾਹੌਰ ਦੇ ਚੂਨਾ ਮੰਡੀ ਵਿੱਚ, ਜਦੋਂ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ ਸੀ ਨਾ, ਸਾਧ ਸੰਗਤ ਛੋਟਾ ਬਚਪਨ ਸੀ। ਚਾਚੇ ਤਾਇਆਂ ਨੇ ਥੋੜ੍ਹਾ ਚਿਰ ਸੰਭਾਲ ਕੀਤੀ ਸੀ, ਸਾਕ ਸੰਬੰਧੀਆਂ ਨੇ। ਉਹਨਾਂ ਤੋਂ ਬਾਅਦ 'ਚ ਉਹਨਾਂ ਨੂੰ ਗਲੀਆਂ ਦੇ ਵਿੱਚ ਰੋਲ ਦਿੱਤਾ ਸੀ ਦੁਨੀਆ ਦੇ ਲੋਕਾਂ ਨੇ। ਕਿਉਂ? ਅੱਜ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। ਮਾਂ ਵਰਗਾ ਬੂਟਾ ਸਾਨੂੰ ਦੁਨੀਆ 'ਤੇ ਨਹੀਂ ਲੱਭਣਾ। ਮਾਂ ਜਿਹਾ ਕਣਸਾਵਾ ਬੂਟਾ ਸੱਕ ਕਿਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਰਬ ਵਰਗ ਬਣਾਏ। ਇਹ ਦੁਨੀਆ ਦੇ ਸਾਰੇ ਬੂਟੇ ਜੜ ਸੁੱਕਿਆਂ ਕਮਲਾਏ, ਪਰ ਮਾਂ ਦਾ ਇਹ ਐਸਾ ਬੂਟਾ ਜੋ ਫੁੱਲ ਫਲ ਸੁੱਕਿਆਂ ਕਮਲਾਏ। ਜੇ ਇਹਦੇ ਫੁੱਲ ਫਲ ਧੀਆਂ ਪੁੱਤਰਾਂ ਦੇ ਉੱਤੇ ਕੋਈ ਆਂਚ ਆ ਜਾਵੇ ਨਾ, ਸਾਧ ਸੰਗਤ, ਫਿਰ ਮਾਂ ਦਾ ਜਿਹੜਾ ਉਹ ਕਮਲਾ ਜਾਂਦਾ, ਉਦਾਸ ਹੋ ਜਾਂਦਾ ਹੈ। ਇਹ ਆਪਣੇ ਪੁੱਤਰਾਂ ਧੀਆਂ ਨੂੰ ਦੁੱਖ ਨਹੀਂ ਦੇਖ ਸਕਦੀ। ਸਾਧ ਸੰਗਤ, ਘਰਾਂ ਦੇ ਵਿੱਚ ਮਾਵਾਂ ਦਾ ਸਤਿਕਾਰ, ਇਹਨਾਂ ਦਾ ਆਦਰ, ਇਹਨਾਂ ਦਾ ਮਾਣ। ਜਿਨ੍ਹਾਂ ਘਰਾਂ ਦੇ ਵਿੱਚ ਮਾਂ ਬਾਪ ਬੈਠੇ ਨੇ ਨਾ, ਉਹਨਾਂ ਨੂੰ ਤਾਂ ਯਾਤਰਾ ਜਾਣ ਦੀ ਵੀ ਲੋੜ ਨਹੀਂ, ਉਹਨਾਂ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਉਹਨਾਂ ਲੋਕਾਂ ਨੂੰ ਕਿਤੇ ਬਾਹਰ ਭੜਕਣ ਦੀ ਲੋੜ ਨਹੀਂ। ਉਹ ਆਪਣੇ ਮਾਂ ਬਾਪ ਦੀ ਸੇਵਾ ਕਰ ਲਿਓ, ਇਹਨਾਂ ਦੇ ਚਰਨਾਂ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲ ਜਾਣਾ, ਇਹਨਾਂ ਦੀ ਸੇਵਾ ਵਿੱਚੋਂ ਮਿਲ ਜਾਣਾ। ਆ ਹੁਣ ਗਰਮੀਆਂ ਜੀ ਆ ਗਈਆਂ, ਗਾਹਾਂ ਸਾਉਣ ਦੇ ਵਿੱਚ ਦੇਖਿਓ, ਇੱਥੇ ਬੰਨ ਬੰਨ ਕੇ ਨਾ ਲਾਲ ਲਾਲ ਝੰਡੀਆਂ ਸਾਈਕਲਾਂ 'ਤੇ ਜਾਣਗੇ, ਜੈ ਮਾਤਾ ਦੀ ਕਰਦੇ। ਉਹ ਬੰਦਿਆ, ਤੂੰ ਜਾ, ਛੱਡ ਕੇ ਜਾ, ਪਹਿਲਾਂ ਘਰ ਵਿੱਚ ਦੇਖ, ਜਿਹੜੀ ਤੇਰੀ ਘਰ ਦੇ ਵਿੱਚ ਮਾਤਾ ਬੈਠੀ ਆ, ਉਹ ਖੁਸ਼ ਹੈ, ਉਹ ਸੁਖੀ ਹੈ। ਜੇ ਤੇਰੀ ਮਾਂ ਖੁਸ਼ ਆ ਘਰ ਦੇ ਵਿੱਚ ਬੈਠੀ, ਫਿਰ ਤੇਰੀ ਪਹਾੜਾਂ ਵਾਲੀ ਵੀ ਮਾਂ ਖੁਸ਼ ਹੋ ਜੂਗੀ। ਜੇ ਤੇਰੀ ਮਾਂ ਘਰ ਦੇ ਵਿੱਚ ਬੈਠੀ ਹੈ, ਜੇ ਉਹੀ ਦੁਖੀ ਹੈ, ਫਿਰ ਪਹਾੜਾਂ ਵਾਲੀ ਕਿੱਥੋਂ ਖੁਸ਼ ਹੋ ਜੂਗੀ? ਕਿੱਥੋਂ ਖੁਸ਼ੀਆਂ ਭਾਲਦਾ ਹੈ? ਤੂੰ ਨਾਅਰੇ ਲਾਉਂਦਾ ਜਾਨਾ ਪਹਾੜਾਂ ਵਾਲੀ ਦੀ ਮਾਂ ਦੀ, ਜਾ ਸ਼ੇਰਾਂ ਵਾਲੀ ਦੀ, ਜਿਹੜੀ ਘਰੇ ਬੈਠੀ ਹੈ, ਕਦੇ ਉਹਦੀ ਵੀ ਜੈ ਕਹਿ ਦਿਆ ਕਰ। ਜਿਹੜੀ ਮਾਂ ਨੇ ਤੈਨੂੰ ਰੰਗ ਦੇ ਵਿੱਚੋਂ ਰੰਗ ਦਿੱਤਾ ਹੈ, ਜਿਹੜੀ ਮਾਂ ਨੇ ਤੈਨੂੰ ਸਰੀਰ ਦੇ ਵਿੱਚੋਂ ਸਰੀਰ ਦਿੱਤਾ, ਰੂਪ ਦੇ ਵਿੱਚੋਂ ਰੂਪ ਦਿੱਤਾ, ਕਦੇ ਉਹ ਮਾਂ ਦੀ ਵੀ ਜੈ ਕਹਿ ਦਿਆ ਕਰ। ਸਾਧ ਸੰਗਤ, ਇੱਕ ਵਾਰ ਕੋਈ ਬਜ਼ੁਰਗ ਰਾਜਾ ਸੀ, ਉਮਰ ਕਾਫੀ ਹੋਈ ਸੀ, ਬਜ਼ੁਰਗ ਹੈ, ਰਾਜ ਭਾਗ ਕਰਦਾ ਹੈ। ਉਹਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ। ਹੁਣ ਬੱਚਾ ਜਿਉਂ-ਜਿਉਂ ਵੱਡਾ ਹੋਇਆ, ਸਾਧ ਸੰਗਤ ਜੀ, ਉਹ ਮਾਂ ਬਾਪ ਦੇ ਕੰਮਕਾਰਾਂ ਦੇ ਉੱਤੇ ਕਿੰਤੂ ਪਰੰਤੂ ਲੱਗ ਗਿਆ ਕਰਨ। ਜੇ ਰਾਜੇ ਨੇ ਦਰਬਾਰ ਦੇ ਵਿੱਚ ਕੋਈ ਨਿਆਂ ਦੀ ਗੱਲ ਕਰਨੀ, ਤਾਂ ਉਹ ਬੱਚੇ ਨੇ ਕਹਿਣਾ, ਇਹ ਕਿਹੜੀ ਗੱਲ ਹੈ? ਇਹ ਮੇਰੇ ਪਿਤਾ ਜੀ ਨੇ ਸਹੀ ਨਹੀਂ ਕੀਤਾ ਇਨਸਾਫ, ਇਹ ਗਲਤ ਕਰ ਦਿੱਤਾ।
ਆਹ ਚੀਜ਼ ਇਹਨੂੰ ਦਾਨ ਕਿਉਂ ਦੇਤਾ। ਹੁਣ ਵੀ ਇਹੀ ਕੁਝ ਚੱਲਦਾ ਨਾ। ਜੇ ਬਾਪ ਕੋਈ ਇੰਟਰਨੈਸ਼ਨਲ ਟਰੈਕਟਰ ਖਰੀਦ ਲਵੇ, ਪੁੱਤਰ ਜਦੇ ਰੌਲਾ ਪਾ ਲੂਗਾ, ਇਹ ਕਿਹੜਾ ਬਾਪੂ ਟਰੈਕਟਰ ਜੋ ਟਰੈਕਟਰ ਖਰੀਦ ਲਿਆ, ਤਾਂ ਜੌਂਡੀਆਰ ਖਰੀਦ ਦੇ। ਬਾਪੂ ਦੀ ਚੀਜ਼ ਖਰੀਦੀ ਹੋਈ। ਬਾਪੂ ਨੇ ਦੇਖਣਾ ਘਰ ਦਾ ਸੰਦ ਵੀ ਬਣ ਜਾਵੇ ਅਤੇ ਮੇਰੇ ਪੁੱਤਰਾਂ ਸਿਰ ਪੈਸਾ ਵੀ ਨਾ ਚੜੇ। ਮੇਰੇ ਪੁੱਤਰਾਂ ਦਾ ਆ ਕੇ ਕੋਈ ਦਰਵਾਜ਼ਾ ਖੜਕਾ ਕੇ ਨਾ ਕਹੇ ਤੇਰੇ ਕਿੰਨੀ ਇੰਨਾ ਰਹਿੰਦਾ ਦੇ ਦੇ। ਬਾਪ ਨੇ ਇਹ ਵੀ ਦੇਖਣਾ ਹੁੰਦਾ। ਹੁਣ ਰਾਜਾ ਨਿਆਂ ਕਰਦਾ, ਪੁੱਤਰ ਹੈ ਜਿਹੜਾ ਉਹਨੂੰ ਤਕਲੀਫ ਹੁੰਦੀ ਹੈ। ਇੱਕ ਦਿਨ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਨਾ ਉਹ ਚੜ੍ਹਾਈ ਕਰ ਗਿਆ। ਚੜ੍ਹਾਈ ਕਰ ਗਿਆ ਪੁੱਤਰ ਨੌਜਵਾਨ ਆ, ਬੜੀ ਕਾਹਲੀ ਕਰੀ ਆਪਦੀ ਮਾਂ ਨੂੰ, ਕਹਿੰਦਾ ਜਲਦੀ ਕਰ ਮੈਨੂੰ ਰਾਜ ਗੱਦੀ 'ਤੇ ਬਿਠਾ ਦਿਓ। ਕਹਿੰਦੀ ਪੁੱਤਰਾ ਅਜੇ ਤੇਰੀ ਉਮਰ ਨਹੀਂ ਹੋਈ, ਤੂੰ ਹੋਸ਼ ਤੋਂ ਕੰਮ ਲੈਣ ਵਾਲਾ ਨਹੀਂ ਹੈਗਾ, ਤੂੰ ਜੋਸ਼ ਤੋਂ ਕੰਮ ਲੈਣਾ ਹੈ। ਇਹ ਜਿਹੜਾ ਰਾਜ ਭਾਗ ਚਲਾਉਣਾ ਹੈ ਇਹ ਹੋਸ਼ ਤੋਂ ਕੰਮ ਲੈਣਾ ਪੈਂਦਾ, ਜੋਸ਼ ਨਾਲ ਨਹੀਂ। ਇਹ ਬੜੀ ਹੌਸਲੇ ਨਾਲ ਕੰਮ ਕਰਨਾ ਪੈਂਦਾ। ਪੁੱਤਰਾ ਤੇਰੇ ਤੋਂ ਹੋਣਾ ਨਹੀਂ। ਕਹਿੰਦਾ ਨਾ ਮਾਂ ਕਹਿੰਦੀ ਮੇਰੀ ਵਾਰੀ ਆ ਪੁੱਤਰਾ, ਮੈਂ ਬਹਿ ਜਾਂਦੀ ਹਾਂ, ਮੈਂ ਰਾਜ ਕਰ ਲੈਂਦੀ ਹਾਂ, ਤੈਨੂੰ ਅਜੇ ਉਮਰ ਹੋ ਜਾ ਤੇਰੀ, ਤੂੰ ਵਿਆਹਿਆ ਜਾਏਗਾ ਫਿਰ ਤੇਰਾ ਵੀ ਤੈਨੂੰ ਰਾਜ ਭਾਗ ਸੌਂਪ ਦੂਗੀ। ਕਹਿੰਦਾ ਨਾ ਮਾਂ ਤੂੰ ਨਾ ਗੱਦੀ ਦੇ ਨੇੜੇ ਜਾ। ਜੇ ਸਾਡੇ ਘਰ 'ਚ ਬਾਪੂ ਕਦੇ ਇੱਧਰ ਉੱਧਰ ਹੋ ਜਾਵੇ ਥੋੜ੍ਹਾ ਬਹੁਤਾ, ਬਾਅਦ 'ਚ ਅਸੀਂ ਮਾਂ ਨੂੰ ਜਦੇ ਕਹਿੰਦੇ ਚਾਬੀਆਂ ਮੈਨੂੰ ਫੜਾ ਦੀ। ਹੁਣ ਬਾਪੂ ਦਾ ਹਿਸਾਬ ਤਾਂ ਮੈਂ ਦੇਖੂੰਗਾ। ਸਾਧ ਸੰਗਤ ਮਾਂ ਦੀ ਕਦਰ ਘਟਣ ਲੱਗ ਜਾਂਦੀ ਹੈ। ਇੰਜ ਹੋਇਆ ਹੁਣ ਸਾਧ ਸੰਗਤ ਰਾਜ ਗੱਦੀ ਤੇ ਧੱਕੇ ਨਾਲ ਬਹਿ ਗਿਆ। ਰਾਜ ਗੱਦੀ ਤੇ ਬੈਠਾ ਆਪਣੇ ਮੁਤਾਬਕ ਫੈਸਲੇ ਲੱਗ ਗਿਆ ਕਰਨ। ਜੇ ਮਾਂ ਉਹਨੂੰ ਟੋਕਦੀ ਹੈ ਪੁੱਤਰਾ ਆਹ ਫੈਸਲਾ ਤੇਰਾ ਪਰਜਾ ਦੇ ਹੱਕ ਦੇ ਵਿੱਚ ਨਹੀਂ, ਕਹਿੰਦਾ ਮਾਂ ਤੈਨੂੰ ਕੀ ਪਤਾ, ਤੂੰ ਤਾਂ ਹੁਣ ਬੁਢਾਪਾ ਆ ਗਿਆ, ਤੇਰੀ ਮੱਤ ਆ ਜਿਹੜੀ ਬੱਚਿਆਂ ਵਰਗੀ ਹੋ ਗਈ, ਮਾਂ ਨੂੰ ਰੋਕ ਦੇਣਾ। ਇਹੀ ਕੁਝ ਕਰਦੇ ਹਾਂ ਅਸੀਂ ਵੀ, ਇਹੀ ਕੁਝ ਕਰਦੇ ਹਾਂ ਨਾ ਘਰਾਂ 'ਚ। ਅਸੀਂ ਵੀ ਮਾਂ ਨੂੰ ਰੋਕਣ ਲੱਗੇ ਟੋਕਣ ਲੱਗੇ 1 ਮਿੰਟ ਲਾਉਂਦੇ ਹਾਂ, ਪਰ ਮਾਂ ਸਿਆਣੀ ਗੱਲ ਕਰਦੀ ਹੈ। ਮਾਂ ਨਹੀਂ ਚਾਹੁੰਦੀ ਮੇਰੇ ਧੀ ਪੁੱਤਰਾਂ ਨੂੰ ਕੋਈ ਤਕਲੀਫ ਹੋਵੇ, ਮੇਰੇ ਧੀ ਪੁੱਤਰ ਕਰਜ਼ਈ ਹੋਣ, ਮਾਂ ਨਹੀਂ ਚਾਹੁੰਦੀ। ਮਾਂ ਨੇ ਰੋਕਿਆ। ਸਾਧ ਸੰਗਤ ਆਪਣੇ ਵਜ਼ੀਰਾਂ ਨੂੰ ਕੋਲ ਬੁਲਾ ਕੇ ਸ਼ਹਿਰ 'ਚ ਢੰਡੋਰਾ ਫੇਰਦਾ, ਕਹਿੰਦਾ ਐਂ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ 60-70 ਸਾਲ ਦੇ ਬਜ਼ੁਰਗ ਨੇ ਨਾ, ਕਹਿੰਦੇ ਸਾਰਿਆਂ ਨੂੰ ਕਹਿੰਦਾ ਜੰਗਲ 'ਚ ਛੱਡਿਓ, ਕਿਸੇ ਨੇ ਘਰ 'ਚ ਨਹੀਂ ਰੱਖਣੇ, ਕੱਢ ਦਿਓ ਬਜ਼ੁਰਗਾਂ ਨੂੰ, ਘਰ ਦੇ ਵਿੱਚ ਲੋੜ ਹੀ ਨਹੀਂ ਕਹਿੰਦਾ ਇਹਨਾਂ ਦੀ। ਜਿਹਦੇ ਘਰ ਦੇ ਵਿੱਚ ਮੈਂ ਬਜ਼ੁਰਗ ਦੇਖ ਲਿਆ 70 ਸਾਲ ਦਾ, ਕਹਿੰਦਾ ਫਿਰ ਉਹਨੂੰ ਸਜ਼ਾ ਦਊਂਗਾ ਮੌਤ ਦੀ। ਹੁਣ ਸਾਧ ਸੰਗਤ ਜੀ ਜਿਹੜੇ ਤਾਂ ਮਾਂ ਬਾਪ ਨੂੰ ਪਿਆਰ ਕਰਨ ਵਾਲੇ ਸੀ ਉਹ ਤਾਂ ਮਾਂ ਬਾਪ ਨੂੰ ਅੰਦਰ ਕੋਠੜੀਆਂ 'ਚ ਲੈ ਕੇ ਬਹਿ ਗਏ, ਮਾਂ ਬਾਹਰ ਨਾ ਨਿਕਲੀ, ਮੈਂ ਤੇਤੋਂ ਬਿਨਾਂ ਜੀ ਨਹੀਂ ਸਕਦਾ। ਬਾਪੂ ਅੰਦਰੋਂ ਬਾਹਰ ਨਾ ਨਿਕਲੀ, ਮੈਂ ਤੇਤੋਂ ਬਿਨਾਂ ਜੀ ਨਹੀਂ ਸਕਦਾ। ਜਿਹੜੇ ਸਾਧ ਸੰਗਤ ਜੀ ਫਿਰ ਦੂਸਰੇ ਸੀ, ਕਹਿੰਦੇ ਬੜਾ ਕੰਮਾਂ ਮਸਾਂ ਹੀ ਲੋਟ ਆਇਆ ਕੰਮ, ਚੱਕੇ ਜੰਗਲਾਂ ਵਿੱਚ ਜਾ ਕੇ ਛੱਡਣ ਲੱਗੇ। ਇੱਕ ਨੌਜਵਾਨ ਸੀ, ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਆਹ ਦੁਨੀਆ ਦੇ ਲੋਕ ਸਾਰੇ ਆਪਦੇ ਮਾਂ ਬਾਪਾਂ ਨੂੰ ਜੰਗਲ ਛੱਡ ਕੇ ਆਉਂਦੇ ਨੇ, ਮੈਂ ਤੈਨੂੰ ਵੀ ਛੱਡਿਆ ਵਾਂ। ਮਾਂ ਨੇ ਰੋਕਿਆ, ਕਹਿੰਦੀ ਪੁੱਤਰਾ ਐਸੇ ਕਰਮ ਨਾ ਕਰ, ਮਾਂ ਰਾਜੇ ਦਾ ਕਹਿਣਾ ਹੈ। ਮਾਂ ਕਹਿੰਦੀ ਰਾਜਾ ਪਾਪੀ ਹੈ, ਰਾਜੇ ਨੂੰ ਪਾਪ ਲੱਗ ਜਾਣਾ ਇੱਕ ਦਿਨ ਇਸ ਗੱਲ ਦਾ। ਜਿਹੜਾ ਬਜ਼ੁਰਗਾਂ ਨੂੰ ਘਰਾਂ ਦੇ ਵਿੱਚੋਂ ਕਢਾ ਰਿਹਾ ਹੈ, ਬਜ਼ੁਰਗਾਂ ਤੇ ਅਤਿਆਚਾਰ ਕਰਾ ਰਿਹਾ ਹੈ, ਅੱਜ ਜਿਹੜਾ ਰਾਜ ਭਾਗ ਦਾ ਮਾਣ ਹੈ ਨਾ ਇਹ ਰਹਿਣਾ ਨਹੀਂ ਇੱਕ ਦਿਨ, ਇਹਦੇ ਕੋਲ ਰਾਜ ਵੀ ਖੁੱਸ ਜਾਣਾ ਹੈ। ਮਾਂ ਫਿਰ ਹੁਣ ਕੀ ਕਰੀਏ? ਮਾਂ ਨੇ ਸਮਝਾਇਆ, ਕਹਿੰਦੀ ਪੁੱਤਰਾ ਇਹ ਰਾਜ ਭਾਗ ਦਾ ਮਾਣ ਕਰਕੇ ਅੱਜ ਰਾਜ ਭਾਗ ਦੇ ਨਸ਼ੇ ਦੇ ਵਿੱਚ ਨਵੇਂ ਤੋਂ ਨਵੇਂ ਕਹਿੰਦੀ ਫਤਵੇ ਲਾ ਰਿਹਾ ਲੋਕਾਂ ਤੇ, ਨਵੇਂ ਤੋਂ ਨਵੇਂ ਅਸੂਲ ਕੱਢ ਰਿਹਾ। ਇੱਕ ਦਿਨ ਇਹਦੇ ਇਹ ਮਾੜੇ ਅਸੂਲ ਇਹਨੂੰ ਲੈ ਡੁੱਬਣਗੇ। ਰੀਦਾ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨੰਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਇਹ ਜਿਹੇ ਰਾਜੇ ਬੜੇ ਦੇਖੇ ਨੇ ਨੰਗੇ ਪੈਰੀ ਤੁਰਦੇ ਦੁਨੀਆ ਤੋਂ, ਬੜੇ ਗਏ ਨੇ। ਪੁੱਤਰਾ ਇੱਕ ਦਿਨ ਇਹਨੇ ਵੀ ਚਲਿਆ ਜਾਣਾ, ਫਰਮਾਨ ਕਰਨ ਵਾਲੇ ਨੇ। ਆਪਾਂ ਦੇਖ ਹੀ ਲਿਆ, ਕਿਹੜਾ ਦੂਰ ਦੀ ਗੱਲ ਹੈ। ਆ ਜਿਹੜਾ 10 ਸਾਲ ਪਹਿਲਾਂ ਦੀ ਰਾਜਾ ਜੇ ਉਹਨੇ ਜ਼ੁਲਮ ਕਰਿਆ ਮੁੜ ਕੇ ਦਿਖਾਈ ਨਹੀਂ ਦਿੱਤਾ, ਜਿਹਨੇ 5 ਸਾਲ ਪਹਿਲਾਂ ਪਰਜਾ ਨੂੰ ਲੁੱਟਿਆ ਕੁੱਟਿਆ ਮੁੜ ਕੇ ਉਹ ਨਹੀਂ ਦਿਖਿਆ, ਜਿਹੜੇ ਵਿਚਾਰੇ ਨੇ 3-4 ਮਹੀਨੇ ਲੁੱਟਿਆ ਕੁੱਟਿਆ ਦੀ ਮੁੜ ਕੇ ਉਹ ਵੀ ਨਹੀਂ ਦਿਖਿਆ। ਜੇ ਹੁਣ ਵਾਲਾ ਰਾਜਾ ਨਹੀਂ ਚੱਦਣ ਦੇ ਐਂ ਕਰੂਗਾ ਫਿਰ ਦਿਸਣ ਆਏ ਵੀ ਨਹੀਂ ਮੁੜ ਕੇ। ਪਰਜਾ ਹੈ
ਕਿਉਂ? ਮਹਾਰਾਜ ਜੀ ਗੁਰਬਾਣੀ 'ਚ ਕਹਿੰਦੇ ਖਾਲਕ 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 ਮੈਂ ਖਾਲਕ। ਕਹਿੰਦੇ ਜਿਹੜਾ ਪਰਮਾਤਮਾ ਹੈ, ਖਾਲਕ ਪਰਮਾਤਮਾ, ਉਹ ਖਾਲਕ ਦੇ ਵਿੱਚ ਲੋਕਾਂ ਦੇ ਵਿੱਚ ਵੱਸਦਾ ਹੈ। ਜਦੋਂ ਲੋਕਾਂ ਦੀ ਆਵਾਜ਼ ਅੰਦਰੋਂ ਦੁਖੀ ਹੋ ਕੇ ਬਾਹਰ ਨਿਕਲਦੀ ਹੈ, ਉਹ ਰਾਜ ਪਲਟਾ ਦੇ ਦਿੰਦੀ ਆ ਨਾਲ ਦੀ ਨਾਲ ਹੀ। ਇੱਥੇ ਕਿਸੇ ਨੇ ਨਹੀਂ ਰਹਿਣਾ, ਸਭ ਜਾਣਗੇ ਬਾਰੋ ਬਾਰੀ। ਉਹ ਇੱਥੇ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖਦੇ, ਤਾਂਦੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖਦੇ। ਇੱਥੇ ਲੱਖਾਂ ਤੇ ਕਰੋੜਾਂ ਵਾਲੇ ਖਾਲੀ ਪੈਰੀ ਜਾਂਦੇ ਦੇਖਦੇ, ਲੱਖਾਂ ਤੇ ਕਰੋੜਾਂ ਵਾਲੇ वीरेहो तन जाएगा सको तालेहो बहोर, नंगे पावो ते गए जिनके ला करोड़। पुत्रा पहला बहुत राजे महाराजे होके चले गए, मां फिर इह तां बड़ा जुल्म कर दे, फिर हुण मां की करिया जावे। मां कहंदी पुत्रा तू खुश रहिंदा, मैनू पता है राजा जेड़ा जवान है जवानी दे विच नशा जवानी दा, उहनूं राज भाग दा नशा है। पुत्रा नਵੇਂ ਤੋਂ ਨਵੇਂ फरमान करदा है,
ਦੇਖੀ ਕਿਤੇ ਕੱਲ ਨੂੰ ਤੈਨੂੰ ਸਜ਼ਾ ਨਾ ਦੇ ਦੇਵੇ। ਪੁੱਤਰਾ ਤੂੰ ਇਸ ਤਰ੍ਹਾਂ ਕਰ, ਜਿੱਥੇ ਲੋਕ ਆਪਣੇ ਮਾਂ-ਬਾਪਾਂ ਨੂੰ ਬਾਹਰ ਛੱਡ ਕੇ ਆਉਂਦੇ ਨੇ, ਮੈਨੂੰ ਵੀ ਛੱਡਿਆ ਕਿਤੇ। ਪੁੱਤਰਾ ਮੈਂ ਨਹੀਂ ਚਾਹੁੰਦੀ ਮੇਰੇ ਪੁੱਤਰ ਨੂੰ ਕੋਈ ਦੁੱਖ ਹੋਵੇ। ਹੁਣ ਮਾਂ ਨੂੰ ਆਪਣੇ ਪਿੱਠ ਦੇ ਉੱਤੇ ਚੱਕ ਲਿਆ, ਪਿੱਠ ਤੇ ਬਿਠਾ ਲਿਆ। ਆਪਾਂ ਕਹਿ ਦਿੰਦੇ ਹਾਂ ਆਪਣੇ ਇਲਾਕੇ ਦੀ ਬੋਲੀ ਆ, ਘਨੇੜੇ ਚੱਕ ਲਿਆ, ਪਿੱਠ ਤੇ ਬਿਠਾ ਲਿਆ, ਲੈ ਕੇ ਜੰਗਲ ਵੱਲ ਚੱਲਿਆ ਗਿਆ। ਹੁਣ ਜੰਗਲ ਦੇ ਵਿੱਚ ਤੁਰਿਆ ਗਿਆ, ਕਾਫੀ ਦੂਰ ਲੰਘ ਗਿਆ। ਸਾਧ ਸੰਗ ਦਿਨ ਸੁਪਨ ਵਾਲਾ ਹੋ ਗਿਆ। ਇੱਕ ਜਗ੍ਹਾ ਦੇਖੀ ਝਾੜੀ ਜੀ, ਕਹਿੰਦਾ ਲੈ ਮਾਂ, ਕਹਿੰਦਾ ਇੱਥੇ ਉਤਰ, ਇੱਥੇ ਰਹਿ। ਮਾਂ ਉਤਰੀ, ਉੱਥੇ ਬੈਠ ਗਈ। ਮਾਂ ਨੂੰ ਛੱਡ ਕੇ ਬੀੜ ਦੇ ਵਿੱਚ, ਆਪਾਂ ਕਹਿੰਦੇ ਨਾ ਜੰਗਲ ਦੇ ਵਿੱਚ ਤੁਰਨ ਲੱਗਿਆ। ਜੰਗਲ ਦੇ ਵਿੱਚੋਂ ਮਾਂ ਨੇ ਆਵਾਜ਼ ਮਾਰੀ, ਪੁੱਤਰਾ ਮੇਰੀ ਗੱਲ ਸੁਣ ਕੇ ਜਾਈ, ਪੁੱਤਰਾ ਮੇਰੀ ਗੱਲ ਸੁਣ ਕੇ ਜਾਈ। ਜਦੋਂ ਇੰਨੀ ਗੱਲ ਕਹੀ ਨਾ ਕਿ ਪੁੱਤਰਾ ਮੇਰੀ ਗੱਲ ਸੁਣ ਕੇ ਜਾਈ, ਕਹਿੰਦਾ ਕੀ ਗੱਲ ਮਾਂ? ਮੈਨੂੰ ਪਤਾ ਮੈਨੂੰ ਕਹੇਂਗੀ ਮੈਨੂੰ ਨਾਲ ਲੈ ਜਾ, ਮੈਨੂੰ ਪਤਾ ਮਾਂ ਮੈਨੂੰ ਕਹੇਂਗੀ ਨਾਲ ਲੈ ਜਾ, ਮੇਰਾ ਜੀ ਨਹੀਂ ਲੱਗਣਾ ਜੰਗਲ ਦੇ ਵਿੱਚ ਇਕੱਲੀ ਦਾ। ਉਹ ਕਹਿੰਦੀ ਨਾ ਨਾ ਪੁੱਤਰਾ ਗੱਲ ਇਹ ਨਹੀਂ। ਗੱਲ ਕੀ ਹੈ? ਮੈਂ ਬੇਨਤੀ ਕਰਿਆ ਮੇਰੀਆਂ ਭੈਣਾਂ ਨੂੰ ਥੋੜ੍ਹਾ ਚਿਰ ਚੁੱਪ ਦਾ ਦਾਨ ਬਖਸ਼ਿਓ। ਤੁਹਾਡੀ ਆਵਾਜ਼ ਜਦੋਂ ਮੇਰੇ ਕੰਨ ਵਿੱਚ ਆਉਂਦੀ ਹੈ, ਜਿਹੜੀ ਕੋਈ ਦਿਮਾਗ 'ਚ ਗੱਲ ਆਉਂਦੀ ਹੈ, ਨਾਲ ਦੀ ਨਾਲ ਬਾਹਰ ਹੋ ਜਾਂਦੀ ਹੈ। ਬੇਨਤੀ ਹੈ ਥੋੜ੍ਹਾ ਸਮਾਂ ਦਿਓ। ਪੁੱਤਰਾ ਕੀ ਗੱਲ ਹੈ? ਮਾਂ ਨੇ ਕੋਲ ਬਿਠਾ ਲਿਆ ਪੁੱਤਰ ਨੂੰ, ਪੁੱਤਰਾ ਗੱਲ ਸੁਣ ਕੇ ਜਾ। ਕੀ ਹੈ ਮਾਂ ਦੱਸ? ਪੁੱਤਰ ਕਹਿਣ ਲੱਗੀ ਮਾਂ, ਕਹਿੰਦੀ ਪੁੱਤਰਾ ਤੈਨੂੰ ਪਤਾ ਤਾਂ ਵਾਪਸ ਕਿਹੜੇ ਰਸਤੇ ਜਾਣਾ ਹੈ? ਕਹਿੰਦਾ ਮਾਂ ਮੈਂ ਤਾਂ ਬਹੁਤ ਦੂਰ ਆ ਗਿਆ, ਮੈਨੂੰ ਤਾਂ ਪਤਾ ਨਹੀਂ। ਪੁੱਤਰਾ ਉੱਪਰੋਂ ਹਨੇਰਾ ਹੋਣ ਵਾਲਾ ਹੈ। ਜਦੋਂ ਤੂੰ ਮੈਨੂੰ ਪਿੱਠ ਤੇ ਬਿਠਾ ਕੇ ਲੈ ਕੇ ਆਇਆ ਸੀ, ਮੈਂ ਰਸਤਾ ਦੇਖਦੀ, ਰਸਤੇ ਦੇ ਵਿੱਚ ਦਰਖਤਾਂ ਦੀਆਂ ਨਿਸ਼ਾਨੀਆਂ ਦੇਖਦੀ ਆਈ ਹੈ। ਪਹਿਲਾਂ ਆਹ ਦਰਖਤ ਆਵੇਗਾ, ਫਿਰ ਉਹ ਦਰਖਤ ਦੂਸਰੇ ਕੋਲੇ ਜਾਣਾ ਹੈ, ਫਿਰ ਪਿੱਪਲ ਦਾ ਦਰਖਤ ਆਊਗਾ, ਨਿੰਮ ਆਏਗੀ। ਮੈਂ ਦਰਖਤਾਂ ਦੀਆਂ ਨਿਸ਼ਾਨੀਆਂ ਦੇਖਦੀ ਆਈ ਹਾਂ, ਮੈਨੂੰ ਪਤਾ ਕਿਹੜੇ ਰਸਤੇ ਜਾਣਾ ਹੈ। ਬਹਿ ਜਾ ਮੇਰੇ ਕੋਲ, ਮੈਂ ਤੈਨੂੰ ਨਿਸ਼ਾਨੀਆਂ ਦੱਸ ਦਿੰਨੀ ਹੈ। ਮੇਰੇ ਪੁੱਤਰਾ ਕਿਤੇ ਰਸਤੇ 'ਚ ਭਟਕ ਨਾ ਜਾਵੀਂ। ਇਹ ਜੰਗਲ ਵਿੱਚ ਬੜੇ ਖਤਰਨਾਕ ਜਾਨਵਰ ਰਹਿੰਦੇ ਨੇ, ਉਹ ਬੰਦੇ ਨੂੰ ਖਾ ਜਾਂਦੇ ਨੇ। ਪੁੱਤਰਾ ਤੂੰ ਮੇਰੀ ਕੱਲੀ ਔਲਾਦ ਹੈ। ਜਦੋਂ ਮਾਂ ਨੇ ਇਹ ਗੱਲ ਕਹੀ ਨਾ, ਪੁੱਤਰਾ ਮੈਂ ਨਹੀਂ ਚਾਹੁੰਦੀ ਤੇਰੇ ਸਰੀਰ ਨੂੰ ਕੋਈ ਝਰੀਟ ਲੱਗੇ, ਕੋਈ ਜਾਨਵਰ ਤੇਰੇ ਤੇ ਹਮਲਾ ਕਰੇ। ਜਦੋਂ ਇਹ ਗੱਲ ਕਹੀ ਨਾ, ਨਾਲ ਦੀ ਨਾਲ ਕਾਲਜਾ ਬਾਹਰ ਨੂੰ ਆ ਗਿਆ। ਕਹਿੰਦਾ ਮੈਂ ਤਾਂ ਮਾਂ ਨੂੰ ਛੱਡਣ ਵਾਸਤੇ ਐ ਜੰਗਲ ਦੇ ਵਿੱਚ, ਮਾਂ ਮੇਰੇ ਵਾਸਤੇ ਸੋਚਦੀ ਹੈ ਤੇਰੇ ਝਰੀਟ ਨਾ ਲੱਗ ਜਾਵੇ ਸਰੀਰ ਤੇ, ਤੈਨੂੰ ਕੋਈ ਜੰਗਲੀ ਜਾਨਵਰ ਨੁਕਸਾਨ ਨਾ ਕਰ ਦੇਵੇ। ਓਏ ਮਾਂ ਵਰਗਾ ਦੁਨੀਆ ਤੇ ਹੈ ਕੋਈ? ਹੈ ਕੋਈ ਮਾਂ ਵਰਗਾ? ਪੁੱਤਰ ਧੀ ਪੁੱਤਰ ਮਾਂ ਬਾਪ ਤੇ ਜਿੰਨਾ ਮਰਜੀ ਜ਼ੁਲਮ ਕਰ ਲੈਣ, ਪਰ ਜਿਹੜੀ ਮਾਂ ਬਾਪ ਦਾ ਹਿਰਦਾ ਉਹ ਮਾਂ ਬਾਪ ਦਾ ਹੀ ਹੈ। ਉਹ ਇਹ ਮਾਂ ਬਾਪ ਨੇ ਜਿਹੜੇ, ਇਹ ਐਵੇਂ ਬਾਜ਼ਾਰਾਂ 'ਚ ਨਹੀਂ ਵਿਕਦੇ, ਉੱਥੋਂ ਨਹੀਂ ਮਿਲਦੇ। ਇਹ ਤਾਂ ਕਰਮਾਂ ਵਾਲੇ ਬੰਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਮਾਂ ਬਾਪ ਨੇ, ਉਹ ਕਰਮਾਂ ਵਾਲੇ ਨੇ। ਉਹ ਕਰਮਾਂ ਵਾਲੇ ਨੇ ਜਿਹੜੇ ਮਾਂ ਬਾਪ ਦੀ ਸੇਵਾ ਕਰਦੇ ਨੇ। ਉਹ ਮਾਂ ਬਾਪ ਵੀ ਕਰਮਾਂ ਵਾਲੇ ਨੇ, ਜਿਨ੍ਹਾਂ ਦੇ ਧੀ ਪੁੱਤ ਉਹਨਾਂ ਦੀ ਸੇਵਾ ਕਰਦੇ ਨੇ। ਕਰਮਾਂ ਵਾਲੇ ਮਾਂ ਬਾਪ, ਕਰਮਾਂ ਵਾਲੇ ਧੀ ਪੁੱਤ, ਇਹੋ ਜਿਹੇ ਮਾਂ ਬਾਪ ਸਰਵਣ ਵਰਗੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪੁੱਤਰ ਹੋਣ, ਸੇਵਾ ਕਰਦੇ ਹੋਣ। ਹੁਣ ਮਾਂ ਪਿਆਰ ਨਾਲ ਕਹਿੰਦੀ ਹੈ, ਪੁੱਤਰਾ ਤੈਨੂੰ ਮੈਂ ਰਸਤਾ ਦੱਸਦੀ ਐ। ਅੱਖਾਂ ਵਿੱਚੋਂ ਅੱਥਰੂ ਆ ਗਏ। ਕਹਿੰਦਾ ਮਾਂ ਤੂੰ, ਮੈਂ ਤੇਰੀ ਜਾਨ ਗਵਾਉਣ ਵਾਸਤੇ ਜੰਗਲ ਛੱਡਣ ਨੂੰ ਫਿਰਦਾ, ਤੂੰ ਮੇਰੀ ਜਾਨ ਬਚਾਉਣ ਦੀਆਂ ਗੱਲਾਂ ਕਰਦੀ ਐ। ਤੇਰੇ ਵਰਗਾ ਹਿਰਦਾ, ਮਾਂ ਵਰਗਾ ਹਿਰਦਾ। ਉਹ ਹੱਟੀਓ ਮੁੱਲ ਨੀ ਮਿਲਦੇ ਸੱਜਣਾ ਮਾਪੇ ਵੇ, ਹੱਟੀਓ ਮੁੱਲ ਨੀ ਮਿਲਦੇ ਸੱਜਣਾ ਮਾਪੇ, ਹੱਟੀਓ ਮੁੱਲ ਨੀ ਮਿਲਦਾ ਨਹੀਂ ਮਿਲਦੇ ਸੱਜਣਾ ਮਾਪੇ ਵੇ, ਹੱਟੀਓ ਮੁੱਲ ਨਹੀਂ ਮਿਲਦੇ ਸੱਜਣਾ ਮਾਪੇ, ਹੱਟੀਓ ਮੁੱਲ ਨਹੀਂ ਮਿਲਣੇ ਸੱਜਣਾ ਮਾਪੇ।
ਸਾਧ ਸੰਗ ਤੇ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਕੋਈ ਨਾ ਨਗਰ ਦੇ ਵਿੱਚ ਕੋਈ ਫਕੀਰ ਰਹਿੰਦਾ, ਨਗਰ ਵਿੱਚ ਫਕੀਰ ਰਹਿੰਦਾ। ਸਾਧ ਸੰਗਤ ਜਦੋਂ ਨਗਰ ਦੇ ਵਿੱਚ ਕੋਈ ਮੌਤ ਹੋ ਜਾਣੀ, ਭਾਵੇਂ ਕੋਈ ਬਜ਼ੁਰਗ ਹੈ, ਭਾਵੇਂ ਨੌਜਵਾਨ ਹੈ, ਭਾਵੇਂ ਮਾਂ ਹੈ, ਭਾਵੇਂ ਬਾਪ ਹੈ, ਜਦੋਂ ਮੌਤ ਹੋ ਜਾਣੀ ਉਹਨੇ ਹੱਥ ਵਿੱਚ ਚਿਮਟਾ ਫੜ ਲੈਣਾ, ਉਹਨੇ ਅਰਥੀ ਦੇ ਅੱਗੇ ਅੱਗੇ ਨੱਚਦੇ ਨੇ ਜਾਣਾ ਸਿਵਿਆਂ ਤੱਕ, ਸਿਵਿਆਂ ਤੱਕ ਨੱਚਦੇ ਨੇ ਜਾਣਾ। ਲੋਕ ਕਹਿੰਦੇ ਸੀ, ਕਹਿੰਦੇ ਸਾਧੂ ਦੀ ਆਪਦੀ ਮੌਜ ਹੈ। ਸਾਧ ਸੰਗਤ ਇੱਕ ਦਿਨ ਸਮਾਂ ਆ ਗਿਆ, ਉਹ ਸਾਧੂ ਦੀ ਮਾਂ ਮਰ ਗਈ, ਉਹਦੀ ਮਾਂ ਮਰ ਗਈ ਆਪਦੀ। ਜਿੱਦਣ ਮਰੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਰੋਵੇ। ਕਿਸੇ ਨੇ ਬਾਂਹ ਤੋਂ ਫੜਿਆ, ਕਹਿੰਦੇ ਸਾਧੂ ਆ ਇਹ ਬਾਬਾ ਜੀ, ਕਹਿੰਦੇ ਜਦੋਂ ਲੋਕਾਂ ਦੇ ਮਰਦੇ ਸੀ ਉਦੋਂ ਤਾਂ ਬੜਾ ਕਹਿੰਦੇ ਚਿਮਟਾ ਵਜਾ ਕੇ ਨੱਚਦਾ ਜਾਂਦਾ ਹੁੰਦਾ ਸੀ, ਅੱਜ ਕੀ ਹੋ ਗਿਆ? ਉਹ ਕਹਿੰਦਾ ਮੈਨੂੰ ਅੱਜ ਪਤਾ ਲੱਗਿਆ ਵੀ ਮਾਂ ਮਰੀ ਦਾ ਦੁੱਖ ਕਿੰਨਾ ਕੁ ਹੁੰਦਾ ਹੈ। ਅੱਜ ਪਤਾ ਲੱਗਿਆ ਮਾਂ ਮਰੀ ਦਾ ਦੁੱਖ ਕਿੰਨਾ ਕੁ ਹੁੰਦਾ ਹੈ। ਆਪਣੇ ਮਰਿਆਂ ਦਾ ਦੁੱਖ ਅੱਜ ਪਤਾ ਲੱਗਿਆ। ਉਹ ਜਿਹਦੀ ਮਾਂ ਮਰੀ ਹੈ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਕੁ ਦੁੱਖ ਹੋਇਆ। ਪੁੱਛ ਕੇ ਦੇਖੋ ਭਾਈ ਗੁਰਜੰਟ ਸਿੰਘ ਉਹਨਾਂ ਨੂੰ, ਭਾਈ ਸੁਰਿੰਦਰ ਉਹਨਾਂ ਨੂੰ ਪੁੱਛ ਕੇ ਦੇਖੋ ਭੈਣ ਜਸਵਿੰਦਰ ਕੌਰ ਨੂੰ ਜਿਹਦੀ ਅੱਜ ਮਾਂ ਮਰੀ ਹੈ। ਆਪਾਂ ਤਾਂ ਕਹਿ ਦੇਣਾ ਨਾ, ਕੋਈ ਗੱਲ ਨਹੀਂ ਭਾਈ ਭਾਣਾ ਮੰਨਿਓ, ਅਸੀਂ ਵੀ ਕਹਿ ਕੇ ਜਾਵਾਂਗੇ, ਬੁਲਾਰੇ ਆਉਣਗੇ ਬਾਅਦ 'ਚ ਉਹ ਵੀ ਕਹਿ ਦੇਣਗੇ ਭਾਈ ਭਾਣਾ ਮੰਨਿਓ। ਭਾਣਾ ਗੱਲ ਕਹਿਣੀ ਸੌਖੀ ਆ, ਮੰਨਣਾ ਬੜਾ ਔਖਾ। ਉਹ ਜਦੋਂ ਲੋਕਾਂ ਦੇ ਮਰਦੇ ਚਿਮਟਾ ਵਜਾਉਂਦਾ, ਅੱਜ ਆਪਦੇ ਦਾ ਬਾਰਾ ਭਾਣਾ ਨਹੀਂ ਮੰਨਿਆ ਗਿਆ। ਭਾਣਾ ਤਾਂ ਮੰਨ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਭਾਣਾ ਤਾਂ ਉਹੀ ਮੰਨ ਗਏ, ਆਪਾਂ ਨਹੀਂ ਮੰਨ ਸਕਦੇ। ਆਪਣੇ 'ਚ ਨਹੀਂ ਇੰਨੀ ਸੱਤਿਆ ਹੈਗੀ, ਆਪਣੇ ਵਿੱਚ ਨਹੀਂ ਐਡੀ ਵੱਡੀ ਤਾਕਤ। ਭਾਣਾ ਮੰਨ ਗਿਆ ਗੁਰੂ ਅਰਜਨ ਦੇਵ ਮਹਾਰਾਜ। ਉਹ ਤੱਤੀ ਤਵੀ ਤੇ ਬਹਿ ਕੇ ਵੀ ਕਹਿੰਦਾ ਤੇਰਾ ਭਾਣਾ ਮਿੱਠਾ ਲੱਗਿਆ। ਉਹ ਭਾਣਾ ਮੰਨ ਗਏ, ਆਪਾਂ ਨਹੀਂ, ਆਪਾਂ ਤੋਂ ਨਹੀਂ ਮੰਨਿਆ ਜਾਂਦਾ। ਆਪਾਂ ਤਾਂ ਬਹੁਤ ਅਲਪੱਗ ਜੀਵ ਹੈ, ਆਪਣਾ ਤਾਂ ਬਹੁਤ ਮੋਹ ਦੀਆਂ ਤੰਦਾਂ 'ਚ ਬੰਨੇ ਪਏ ਹੈ। ਆਹ ਮੇਰਾ ਪੁੱਤ, ਆ ਮੇਰਾ ਪੋਤਰਾ, ਆਹ ਮੇਰਾ ਪੜੋਤਰਾ, ਅਸੀਂ ਤਾਂ ਬੜੇ ਪਿਆਰ 'ਚ ਬੰਨੇ ਪਏ ਹੈ। ਅਸੀਂ ਤਾਂ ਇਹਨਾਂ ਤੋਂ ਬਿਨਾਂ ਇੱਕ ਮਿੰਟ ਨਹੀਂ ਸਾਰ ਸਕਦੇ। ਅਸੀਂ ਭਾਣਾ ਨਹੀਂ ਮੰਨਿਆ ਜਾਂਦਾ, ਔਖਾ ਭਾਣਾ ਮੰਨਣਾ, ਗੱਲ ਕਰਨੀ ਸੌਖੀ ਹੈ। ਸਾਧ ਸੰਗਤ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਸਾਧ ਸੰਗਤ ਜਦੋਂ ਉਹਨਾਂ ਨੂੰ ਇੱਕ ਵਾਰ ਮਾਤਾ ਗੰਗਾ ਜੀ ਕਹਿਣ ਲੱਗੇ, ਕਹਿੰਦੇ ਹਰਗੋਬਿੰਦ ਸਾਹਿਬ, ਕਹਿੰਦੇ ਵੀ ਇੱਕ ਗੱਲ ਹੈ ਵੀ ਜਦੋਂ ਸਾਡਾ ਅੰਤਮ ਸਮਾਂ ਆਵੇ, ਸਰੀਰ ਛੱਡੀਏ, ਆ ਜਿਹੜਾ ਸਾਡਾ ਸਰੀਰ ਆ ਨਾ, ਇਹਨੂੰ ਜਲ ਪ੍ਰਵਾਹ ਕਰਿਓ। ਕਿਉਂ? ਤੁਹਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ, ਪਹਿਲਾਂ ਤਾਂ ਚੰਦੂ ਨੇ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਫਿਰ ਦੇਗ 'ਚ ਉਬਾਲੇ ਆ, ਫਿਰ ਮਹਾਰਾਜ ਜੀ ਨੇ ਇੱਛਾ ਪ੍ਰਗਟਾਈ, ਕਹਿੰਦੇ ਅਸੀਂ ਨੇ ਦਰਿਆ ਦੇ ਵਿੱਚ ਇਸ਼ਨਾਨ ਕਰਨੇ। ਫਿਰ ਗੁਰੂ ਮਹਾਰਾਜ ਜੀ ਨੇ ਪਾਣੀ 'ਚ ਟੁੱਬੀ ਮਾਰੀ, ਸਣੇ ਸਰੀਰ ਸੱਚਖੰਡ ਚਲੇ ਗਏ। ਸੱਚਖੰਡ ਚਲੇ ਗਏ ਗੁਰੂ ਮਹਾਰਾਜ ਜੀ। ਸਾਡੇ 10 ਗੁਰੂਆਂ ਦੇ ਵਿੱਚੋਂ 3 ਗੁਰੂ ਐਸੇ ਹੋਏ ਨੇ ਜਿਹੜੇ ਸਣੇ ਸਰੀਰ ਸੱਚਖੰਡ ਗਏ ਨੇ। 3 ਗੁਰੂ। ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਜੀ, ਜਦੋਂ ਉਹਨਾਂ ਨੇ ਸਰੀਰ ਛੱਡਿਆ, ਉਹਨਾਂ ਦੇ ਸਰੀਰ ਤੇ ਚਾਦਰ ਪਾਈ ਹੋਈ ਹੈ, ਕੋਲ ਖੜੇ ਮਜ਼੍ਹਬੀ ਲੋਕ ਲੜਨ ਲੱਗ ਪਏ। ਹਿੰਦੂ ਕਹਿੰਦੇ ਸਾਡਾ ਗੁਰੂ ਹੈ, ਇਹਨੂੰ ਅਸੀਂ ਇਹਦਾ ਸੰਸਕਾਰ ਕਰਾਂਗੇ। ਜਿਹੜੇ ਮੁਸਲਮਾਨ ਸੀ ਉਹ ਖੜੇ, ਉਹ ਕਹਿੰਦੇ ਸਾਡਾ ਪੀਰ ਹੈ, ਅਸੀਂ ਉਹਨੂੰ ਦਫਨਾਵਾਂਗੇ, ਧਰਤੀ 'ਚ ਦੱਬਾਂਗੇ। ਦੋਏ ਆਪਸ ਵਿੱਚ ਲੜਨ ਲੱਗ ਪਏ। ਉਹ ਕਹਿੰਦੇ ਸਾਡਾ ਗੁਰੂ ਹੈ, ਉਹ ਕਹਿੰਦੇ ਸਾਡਾ ਪੀਰ ਹੈ। ਜਿਹੜੀ ਚਾਦਰ ਗੁਰੂ ਨਾਨਕ ਦੇਵ ਮਹਾਰਾਜ ਦੇ ਉੱਪਰ ਪਾਈ ਸੀ, ਚਾਦਰ ਫੜਨ ਦੀ ਦੋਨਾਂ ਲੜਾਂ ਤੋਂ ਖਿੱਚਣ ਲੱਗ ਪਏ। ਜਿਹੜੀ ਚਾਦਰ ਸੀ ਉਹ ਵਿਚਾਲਿਓਂ ਫਟ ਗਈ, 2 ਟੋਟੇ ਹੋ ਗਏ ਥੱਲੇ। ਗੁਰੂ ਨਾਨਕ ਦੇਵ ਮਹਾਰਾਜ ਦਾ ਸਰੀਰ ਮਿਲਿਆ ਹੀ ਨਹੀਂ। ਕਿਉਂ? ਗੁਰੂ ਮਹਾਰਾਜ ਜੀ ਸਣੇ ਸ੍ਰੀ ਸੱਚਖੰਡ ਚਲੇ ਗਏ ਸੀ। ਉਹ ਚਾਦਰ ਅੱਧੀ ਅੱਧੀ ਆ ਗਈ ਦੋਨਾਂ ਕੋਲ। ਹਿੰਦੂਆਂ ਨੇ ਸੰਸਕਾਰ ਕਰਤਾ, ਜਿਹੜੇ ਮੁਸਲਮਾਨ ਸੀ ਉਹਨਾਂ ਨੇ ਦਫਨਾਤੀ। ਉਹ ਸੱਚਖੰਡ ਚਲੇ ਗਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਰਿਆਵੀ ਦੇ ਵਿੱਚ ਸਮਾ ਗਏ। ਉਹ ਸੱਚਖੰਡ ਸਣੇ ਸਰੀਰ ਚਲੇ ਗਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਦੀ ਸਾਦੀ ਧਰਤੀ ਉੱਤੇ ਜਦੋਂ ਅੰਗੀਠਾ ਸਾਹਿਬ ਤੰਬੂ ਤਲਾ ਕੇ ਬਣਾਇਆ ਗਿਆ ਸੀ, ਜਦੋਂ ਉਹਦੇ ਵਿੱਚੋਂ
ਕਹਿੰਦੇ ਸੰਸਕਾਰ ਹੋਣ ਤੋਂ ਬਾਅਦ 'ਚ ਦੇਖਿਆ ਉਹਦੇ ਵਿੱਚੋਂ ਕੋਈ ਹੱਡੀ ਤੱਕ ਨਹੀਂ ਮਿਲੀ, ਕੋਈ ਫੁੱਲ ਤੱਕ ਨਹੀਂ ਮਿਲੇ। ਕਿਉਂ? ਕਿਉਂਕਿ ਸਣੇ ਸ੍ਰੀ ਮਹਾਰਾਜ ਜੀ ਸੱਚਖੰਡ ਚਲੇ ਗਏ ਸੀ। ਸਾਧ ਸੰਗਤ, ਹੁਣ ਮਾਤਾ ਗੰਗਾ ਜੀ ਕਹਿਣ ਲੱਗੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਪੁੱਤਰਾ ਮੇਰੀ ਆਖਰੀ ਇੱਛਾ ਇੱਕ ਪੂਰੀ ਕਰ ਦੇ। ਕੀ ਹੈ? ਜਿੱਥੇ ਤੇਰੇ ਪਿਤਾ ਜੀ ਦਰਿਆਵੀ ਦੇ ਵਿੱਚ ਉਹਨਾਂ ਨੇ ਜਲ ਪ੍ਰਵਾਹ ਸਰੀਰ ਹੋਇਆ, ਉੱਥੇ ਸਾਡਾ ਵੀ ਸਰੀਰ ਜਲ ਪ੍ਰਵਾਹ ਕਰਿਓ, ਸੰਸਕਾਰ ਨਾ ਕਰਿਓ। ਸਮਾਂ ਆਇਆ, ਕਹਿੰਦੇ ਵੀ ਮਾਤਾ ਗੰਗਾ ਜੀ ਚੜ੍ਹਾਈ ਕਰ ਗਏ, ਸਵਰਗ ਝਾੜ ਗਏ। ਉਹਨਾਂ ਤੋਂ ਬਾਅਦ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਾਤਾ ਦਾ ਹੁਕਮ ਹੈ, ਮਾਤਾ ਇਹ ਕਹਿ ਕੇ ਗਈ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰਾ ਸਰੀਰ ਜਲ ਪ੍ਰਵਾਹ ਕਰਨਾ ਹੈ। ਸੋਹਣੀ ਪਾਲਕੀ ਤਿਆਰ ਕੀਤੀ ਗਈ, ਉਹਦੇ ਵਿੱਚ ਮਾਤਾ ਜੀ ਦਾ ਸਰੀਰ ਰੱਖਿਆ ਗਿਆ। ਮਹਾਰਾਜ ਹਰੀਕੇ ਪੱਤਨ ਬਲ ਨੂੰ ਲੈ ਕੇ ਸਾਧ ਸੰਗਤ ਉਹਦੇ ਵਿੱਚ ਚੰਗੀ ਬੇੜੀ ਦੇ ਵਿੱਚ ਰੱਖ ਕੇ ਮਹਾਰਾਜ ਜੀ ਨਾਲ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਉਹ ਦਰਿਆ ਸਤਲੁਜ ਦਰਿਆ ਦੇ ਵਿੱਚ ਬੇੜੀਆਂ ਚੱਲੀਆਂ ਗਈਆਂ। ਸਾਧ ਸੰਗਤ ਜਦੋਂ ਸੰਸਕਾਰ ਕਰਨ ਦਾ ਮੌਕਾ ਆਇਆ ਨਾ, ਉੱਥੇ ਪਾਣੀ ਵਿੱਚ ਤੈਰਨ ਦਾ, ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਮੈਨੂੰ ਇੱਕ ਵਾਰ ਮੇਰੀ ਮਾਂ ਦਾ ਮੂੰਹ ਦੇਖ ਲੈਣ ਦਿਓ। ਜਦੋਂ ਸਿੱਖਾਂ ਨੇ ਪਰਦਾ ਚੱਕਿਆ, ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ। ਜਦੋਂ ਅੱਥਰੂ ਆਏ ਨਾ, ਸਿੱਖਾਂ ਨੇ ਕੋਲ ਖੜੇ ਤਰਕ ਕਰਨ ਵਾਲੇ, ਤਰਕਬਾਜ਼ੀ ਜ਼ਿਆਦੇ ਆ ਨਾ, ਹੁਣ ਸਾਡੇ ਵਾਲੇ ਮਹਿਕਮੇ 'ਚ ਜ਼ਿਆਦੇ ਆ। ਆ ਜਿਹੜਾ ਆਪਣੇ ਵਾਲਾ ਸਿੱਖਾਂ ਵਾਲਾ ਮਹਿਕਮੇ 'ਚ ਤਾਂ ਤਰਕਬਾਜ਼ੀ ਬਹੁਤ ਆ। ਅਸੀਂ ਤਾਂ ਗੁਰੂ ਤੇ ਗੁਰੂ ਦੀ ਬਾਣੀ ਤੇ ਗੁਰੂ ਦੇ ਇਤਿਹਾਸ ਤੇ ਬੜੀ ਤਰਕ ਕਰਦੇ ਆ। ਕਦੇ ਹਿੰਦੂ ਲੋਕ ਸੁਣੇ ਨੇ ਕਿਹੜੇ ਤਰਕਬਾਜ਼ੀ ਕਰਦੇ ਆਪਦੇ ਇਤਿਹਾਸ ਤੇ? ਉਹ ਨਹੀਂ ਕਰਦੇ। ਸਾਡੇ ਵਾਲਾ ਸਿੱਖ ਲਾਣਾ ਜ਼ਰੂਰ ਕਰੂਗਾ। ਸਾਡੇ ਵਾਲੇ ਤਾਂ ਕਹਿਣ ਲੱਗੇ, ਕਹਿੰਦੇ ਬਾਬਾ ਦੀਪ ਸਿੰਘ ਜੀ ਕਹਿੰਦੇ ਵੀ ਬਿਨਾਂ ਸਿਰ ਵੱਢੇ, ਕਹਿੰਦੇ ਸਿਰ ਵੱਢਿਆ ਗਿਆ, ਕੱਟਿਆ ਗਿਆ, ਕੱਲੀ ਧੜੇ ਲੜਦੀ ਗਈ, ਕਹਿੰਦੇ ਹੱਥੇ ਸਿਰ ਲੜ ਕੇ। ਇਹ ਤਾਂ ਹੋ ਹੀ ਨਹੀਂ ਸਕਦੇ। ਸਾਡੇ ਵਾਲੇ ਸਿੱਖ ਕਹੀ ਜਾਂਦੇ ਨੇ ਅਸੀਂ ਤਰਕ ਕਰਦੇ ਹਾਂ ਗੁਰੂ ਤੇ। ਹਿੰਦੂਆਂ ਦੇ ਉਹਨਾਂ ਦੇ ਕਹਿੰਦੇ ਹਾਥੀ ਦਾ ਸਿਰ ਵੱਢ ਕੇ ਕਹਿੰਦੇ ਬੰਦੇ ਦੇ ਲਾਤਾ, ਉਹਨੂੰ ਪੂਜੀ ਜਾਂਦੇ ਨੇ। ਉਹ ਕਹਿੰਦੇ ਸਾਡੇ ਕਹਿੰਦੇ ਸਹੀ ਆ ਗੱਲ, ਕਹਿੰਦੇ ਹਾਥੀ ਦਾ ਸਿਰ ਵੱਢ ਕੇ ਬੰਦੇ ਦੇ ਲਾਤਾ, ਉਹਨੂੰ ਪੂਜਦੇ ਨੇ, ਉਹ ਕਹਿੰਦੇ ਸਹੀ ਹੈ। ਸਾਡੇ ਵਾਲੇ ਕਹਿੰਦੇ ਹੱਥ ਤਲੀ ਤੇ ਸੀਸ ਧਰ ਕੇ ਕਹਿੰਦੇ ਲੜ ਨਹੀਂ ਸਕਦਾ। ਤਰਕਬਾਜ਼ੀ ਐਸਾ ਸਮਾਂ ਆ ਗਿਆ। ਅਸੀਂ ਪੜ੍ਹੇ ਲਿਖੇ ਜ਼ਿਆਦੇ ਹੋ ਗਏ, ਸਾਨੂੰ ਮੱਤ ਜ਼ਿਆਦੇ ਹੋ ਗਈ। ਸਾਧ ਸੰਗਤ, ਹੁਣ ਨਾਲ ਖੋਲ ਖੜੇ ਸੀ ਤਰਕਬਾਜ਼ੀ ਕਰਨ ਵਾਲੇ। ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕੂਣੀ ਮਾਰ ਕੇ ਕਹਿੰਦੇ ਮਹਾਰਾਜ ਤੁਸੀਂ ਰੱਬ ਦਾ ਰੂਪ, ਤੁਹਾਨੂੰ ਪਤਾ ਹੈ ਕਿ ਸੰਸਾਰ ਨੇ ਤਾਂ ਆਉਣਾ ਜਾਣਾ, ਤੁਸੀਂ ਮਹਾਰਾਜ ਤੁਹਾਡੇ ਅੱਖਾਂ 'ਚ ਅੱਥਰੂ ਕਿਉਂ ਆਏ ਨੇ? ਗੁਰੂਆਂ ਦੀ ਬਾਣੀ ਤਾਂ ਵਾਰ-ਵਾਰ ਕਹਿੰਦੀ ਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਗੁਰਬਾਣੀ ਤਾਂ ਵਾਰ-ਵਾਰ ਕਹਿੰਦੀ ਹੈ। ਮਹਾਰਾਜ ਜੀ ਗੁਰਬਾਣੀ 'ਚ ਵਾਰ-ਵਾਰ ਸਮਝਾਉਂਦੇ ਨੇ, ਕਹਿੰਦੇ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ, ਜੋ ਚੰਗੀ ਹੈ ਜੋ ਕੁਝ ਕਰਦਾ ਮਾਲਕ। ਮਹਾਰਾਜ ਤੁਹਾਡੇ ਅੱਖਾਂ 'ਚ ਅੱਥਰੂ ਕਿਉਂ ਆਏ ਨੇ? ਤਰਕ ਕਰਨ ਵਾਲਾ ਤਰਕ ਕਰਦਾ। ਮਹਾਰਾਜ ਜੀ ਕਹਿੰਦੇ ਮੈਂ ਰੋਣਾ ਦੋ ਕਿਸਮ ਦਾ ਹੈ। ਇੱਕ ਤਾਂ ਅਸੀਂ ਰੋਨੇ ਆ, ਹਾਏ ਹਾਏ ਇਹ ਚੱਲਿਆ ਗਿਆ, ਸਾਡੇ ਤਾਂ ਡੰਗਰ ਵੀ ਚਾਰ ਲਿਆਉਂਦਾ ਸੀ, ਸਾਡੇ ਤਾਂ ਘਰ ਦਾ ਸਾਰੇ ਪੱਠੇ ਵੀ ਕਰਾਉਂਦਾ ਸੀ, ਅਸੀਂ ਵਿਹਲੇ ਬੈਠੇ ਖਾਂਦੇ ਸੀ। ਇੱਕ ਤਾਂ ਰੋਣਾ ਉਹ ਹੈ, ਇੱਕ ਰੋਣਾ ਉਹ ਹੈ। ਅੱਜ ਕਿਹੜਾ ਮਹਾਰਾਜ ਜੀ ਕਹਿੰਦੇ ਮੈਂ ਉਹ ਰੋਣਾ ਨਹੀਂ ਰੋਂਦਾ, ਮੈਂ ਕੰਮਾਂ ਨੂੰ ਨਹੀਂ ਰੋਂਦਾ, ਧੰਦਿਆਂ ਨੂੰ ਨਹੀਂ ਰੋਂਦਾ, ਮੈਂ ਬੰਦੇ ਨੂੰ ਰੋਂਦਾ। ਮਾਂ ਦੀ ਜਾਤ ਕਿਉਂ ਅੱਥਰੂ ਆਏ ਨੇ? ਮੈਂ ਮੋਹ ਦੇ ਵਿੱਚ ਨਹੀਂ, ਮੈਂ ਉਸ ਗੱਲ ਨੂੰ ਯਾਦ ਕਰਕੇ ਰੋਨਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਮੇਰੇ ਪਿਤਾ ਨੇ ਮੇਰੀ ਮਾਤਾ ਨੂੰ ਕਿਹਾ ਸੀ ਜੇ ਪੁੱਤਰ ਦੀ ਦਾਤ ਲੈਣੀ ਆ ਬਾਬਾ ਬੁੱਢਾ ਜੀ ਕੋਲੇ ਜਾ, ਕਹਿੰਦਾ 30 ਕਿਲੋਮੀਟਰ ਦੀ ਬਾਟ ਮੇਰੀ ਮਾਂ ਨੰਗੇ ਪੈਰੀ ਮਾਤਾ ਗੰਗਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਮੇਰੀ ਦਾਤ ਲੈਣ ਵਾਸਤੇ ਨੰਗੇ ਪੈਰੀ ਗਈ ਮੇਰੀ ਮਾਂ, ਬਾਬਾ ਬੁੱਢਾ ਜੀ ਬੀੜ ਬਾਬਾ ਬੁੱਢਾ ਜੀ। ਮੈਨੂੰ ਉਹ ਗੱਲ ਯਾਦ ਆਈ ਹੈ, ਮੇਰੀ ਮਾਂ ਨੰਗੇ ਪੈਰ ਚੱਲ ਕੇ ਗਈ ਸੀ ਮੈਨੂੰ ਆਹ ਦੁਨੀਆ ਦਿਖਾਉਣ ਵਾਸਤੇ। ਆ ਮੇਰੀ ਮਾਂ ਨੇ ਮੈਨੂੰ ਸਰੀਰ 'ਚੋਂ ਸਰੀਰ ਦਿੱਤਾ ਹੈ, ਮੈਨੂੰ ਖੂਨ 'ਚੋਂ ਖੂਨ ਦਿੱਤਾ, ਮੈਨੂੰ ਆਪਦੇ ਰੰਗ ਰੂਪ ਵਿੱਚੋਂ ਰੰਗ ਰੂਪ ਦਿੱਤਾ। ਮੇਰੀ ਮਾਂ ਪੂਜਣ ਜੋਗਾ, ਇਹਨੂੰ ਦੇਖ ਕੇ ਮੇਰੇ ਤਾਂ ਅੱਖਾਂ 'ਚ ਅੱਥਰੂ ਆਏ। ਮੈਂ ਧੰਦਿਆਂ ਨੂੰ ਨਹੀਂ ਰੋਇਆ, ਮੇਰੀ ਮਾਂ ਕੋਲ ਇੰਨਾ ਬੈਲੈਂਸ ਸੀ, ਮੇਰੀ ਮਾਂ ਕੋਲ ਆਹ ਸੀ, ਆਹ ਕਰ ਨਾ, ਮੈਨੂੰ ਮੇਰੀ ਮਾਂ ਨੇ ਜਗਤ ਦਿਖਾਇਆ, ਮੈਂ ਉਹ ਗੱਲਾਂ ਯਾਦ ਕਰਕੇ ਮੇਰੇ ਅੱਖਾਂ 'ਚ ਅੱਥਰੂ ਆਏ। ਸਾਧ ਸੰਗਤ, ਹੁਣ ਜਦੋਂ ਆਪਣੇ ਮਨ ਨੂੰ ਉੱਥੇ ਲੈ ਆਈਏ, ਹੁਣ ਜਦੋਂ ਮਾਂ ਨੇ ਕਿਹਾ ਪੁੱਤਰਾ ਤੈਨੂੰ ਰਸਤੇ ਵਿੱਚ ਜੰਗਲ ਵਿੱਚ ਕਈ ਚੀਜ਼ਾਂ ਜਾਨਵਰ ਮਿਲਣਗੀਆਂ, ਕਹਿੰਦਾ ਮਾਂ ਜੰਗਲ ਵਿੱਚ ਕੋਈ ਜਾਨਵਰ ਮਿਲੇ, ਕੁਝ ਮਰਜ਼ੀ ਮਿਲੇ, ਚੁੱਪ ਕਰਕੇ ਮੁੜ ਕੇ ਮੇਰੇ ਘਨੇੜੇ ਤੇ ਬਹਿ ਜਾ। ਫੇਰ ਭੇੜੇ ਪਿੱਠ ਤੇ ਬਿਠਾ ਲਿਆ ਮਾਂ ਨੂੰ,
ਵਾਪਸ ਲੈ ਆਇਆ ਘਰੇ, ਕਹਿੰਦਾ ਮਾਂ ਮੈਂ ਮਾਂ ਨੂੰ ਛੱਡਣ ਦੀਆਂ ਗੱਲਾਂ ਕਰਦਾ, ਮਾਰਨ ਦੀਆਂ ਗੱਲਾਂ ਕਰਦਾ, ਇੱਥੇ ਤੜਫ ਕੇ ਮਰੂ ਭੁੱਖ ਨਾਲ, ਮਾਂ ਮੇਰੀਆਂ ਜੀਵਨ ਦੀਆਂ ਗੱਲਾਂ ਕਰਦੀ, ਤੈਨੂੰ ਕੋਈ ਜਾਨਵਰ ਖਰੋਚ ਨਾ ਮਾਰ ਜਾਵੇ। ਮਿਲ ਜਾਣਗੀਆਂ ਮਾਵਾਂ, ਇਹੋ ਜਿਹਾ ਕੋਈ ਮਿਲ ਜੂਗਾ ਰਿਸ਼ਤਾ ਦੁਨੀਆ ਤੇ? ਕੋਈ ਨਹੀਂ ਮਿਲਦਾ ਹੈਗਾ। ਸਾਧ ਸੰਗਤ ਘਰੇ ਲਿਆ ਕੇ ਬਿਠਾ ਲਈ ਕਿਸੇ ਨੇ, ਫਿਰ ਚੁਗਲਖੋਰਾਂ ਨੇ ਚੁਗਲੀ ਕਰਤੀ ਨਾਲ ਦੀ ਨਾਲ ਹੀ। ਕਹਿੰਦੇ ਜੀ ਫਲਾਣਾ ਆਪਦੀ ਮਾਂ ਨੂੰ ਘਰੇ ਲੈ ਆਇਆ, ਰਾਜੇ ਨੇ ਬੁਲਾ ਲਿਆ ਦਰਬਾਰ ਵਿੱਚ। ਹਾਂ ਵੀ ਤੂੰ ਮਾਂ ਨੂੰ ਲੈ ਆਇਆ ਨਾਲ ਵਾਪਸ? ਕਹਿੰਦਾ ਹਾਂਜੀ ਲੈ ਆਇਆ। ਤੈਨੂੰ ਪਤਾ ਨਹੀਂ, ਤੈਨੂੰ ਮੌਤ ਦਾ ਡਰ ਨਹੀਂ? ਉਹ ਕਹਿੰਦਾ ਕੋਈ ਡਰ ਨਹੀਂ, ਮੇਰਾ ਹੁਕਮ ਹੈ, ਮੈਂ ਮੌਤ ਦੀ ਸਜ਼ਾ ਦਊਂ ਜਿਹੜਾ ਆਪਣੇ ਬਜ਼ੁਰਗਾਂ ਨੂੰ ਘਰੇ ਰੱਖੂਗਾ। ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰਾ ਭਾਵੇਂ ਬੰਦ ਕਰਕੇ ਬੋਟੀ ਕੱਟ ਦਿਓ, ਪਰ ਮੈਂ ਮੇਰੀ ਮਾਂ ਨੂੰ ਤੜਫ ਕੇ ਮਰਦੀ ਦੇਖ ਨਹੀਂ ਸਕਦਾ। ਮੈਂ ਨਹੀਂ ਦੇਖ ਸਕਦਾ ਮੇਰੀ ਮਾਂ ਦੀ ਬੁਰੀ ਹਾਲਤ। ਉਹ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ, ਦੁਨੀਆ ਦਿਖਾਈ ਹੈ। ਉਹ ਮਾਂ ਨੇ ਮੈਨੂੰ ਆਪਣੇ ਸਰੀਰ ਚੋਂ ਸਰੀਰ, ਰੰਗ ਚੋਂ ਰੰਗ, ਰੂਪ ਚੋਂ ਰੂਪ, ਆਪਣੇ ਖੂਨ ਚੋਂ ਖੂਨ ਮੇਰੀ ਰਗਾਂ 'ਚ ਪਾਇਆ ਹੈ। ਮੈਂ ਉਹ ਮਾਂ ਨੂੰ ਕਿਵੇਂ ਭੁੱਲ ਜਾਵਾਂ? ਨਹੀਂ ਭੁੱਲ ਸਕਦਾ ਆਪਣੀ ਮਾਂ। ਸਾਧ ਸੰਗਤ ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਕਹਿੰਦਾ ਮੈਂ ਤਾਂ ਇਹੀ ਦੇਖਣਾ ਚਾਹੁੰਦਾ ਸੀ ਕਿ ਮੇਰੀ ਰਾਜ ਦੇ ਵਿੱਚ ਕੋਈ ਬੁੱਧੀਮਾਨ ਵੀ ਲੋਕ ਰਹਿੰਦੇ ਨੇ ਕਿ ਸਾਰ ਕੇ ਮਗਰ ਲੱਗੂ ਇਹ ਨੇ, ਕਿ ਮਗਰ ਲੱਗੂ ਇਹ ਨੇ। ਅੱਜ ਵੀ ਦੁਨੀਆ ਤੇ ਮਗਰ ਲੱਗੂ ਲੋਕ ਲਾਦੇ ਨੇ, ਦੇਖਣਾ ਨਹੀਂ ਵੀ ਭਲਾ ਹੋਊਗਾ ਕਿ ਨਹੀਂ। ਪਤਾ ਨਹੀਂ ਅਗਲਾ ਗਾਹਾਂ ਵਾਲਾ ਸੱਚ ਬੋਲਦਾ ਕਿ ਝੂਠ ਲੱਗਦਾ, ਮਗਰ ਡਾਰਾਂ ਬੰਨ੍ਹ ਕੇ ਉਹਦੀ ਮਗਰ ਹੋ ਲੈਂਦੇ ਆ। ਫੇਰ ਪਤਾ ਲੱਗਦਾ ਜਦੋਂ ਫਿਰ ਸਾਰੀ ਰਾਤ ਮੱਛਰੇ ਖਾਈ ਜਾਂਦਾ, ਪਤਾ ਹੀ ਨਹੀਂ ਲੱਗਦਾ। ਸਾਧ ਸੰਗਤ ਮਗਰ ਨਾ ਲੱਗੋ, ਸੱਚ ਦੀ ਆਵਾਜ਼ ਨੂੰ ਪਹਿਚਾਣੋ, ਸੱਚ ਕੀ ਹੈ। ਜਦੋਂ ਇੰਨੀਆਂ ਗੱਲਾਂ ਕਹੀਆਂ ਨਾ, ਰਾਜਾ ਕਹਿੰਦਾ ਮੈਂ ਤਾਂ ਦੇਖਦਾ ਹੀ ਸੀ ਤੇਰੇ ਵਿੱਚ ਕਿਹੜੇ ਗੁਣ ਨੇ। ਓਏ ਮਾਂ, ਓਏ ਬਾ, ਓਏ ਮਾਂ ਦਿਆ ਪੁੱਤਾ, ਸਾਬਾਸੇ ਤੇਰੇ। ਸਾਬਾਸੇ ਕਿਹਦੇ ਕਰਕੇ ਮਿਲੀ? ਮਾਂ ਕਰਕੇ। ਮਾਂ ਦਿਆ ਪੁੱਤਾ, ਧੰਨ ਹੈ ਤੇਰੀ ਮਾਂ ਜਨਮ ਵਾਲੀ, ਜਿਹਨੇ ਤੈਨੂੰ ਚੰਗੀ ਸਿੱਖਿਆ ਦਿੱਤੀ ਹੈ। ਜੇ ਮਾਂ ਨੇ ਚੰਗੀ ਸਿੱਖਿਆ ਦਿੱਤੀ, ਛੋਟੇ ਜਿਹੇ ਬੱਚੇ ਭਗਤ ਫਰੀਦ ਨੂੰ ਭਗਤ ਬਣਾ ਦਿੱਤਾ, ਐਸਾ ਸ਼੍ਰੋਮਣੀ ਭਗਤ ਬਣਾਇਆ ਜਿਹਦੀ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖੀ ਗਈ ਹੈ। ਅਸੀਂ ਸੀਸ ਚੜਾਉਂਦੇ, ਮਾਂ ਦੀ ਸਿੱਖਿਆ ਸੀ। ਮਾਂ ਨੇ ਲਾਇਆ ਸੀ ਭਗਤ ਫਰੀਦ ਨੂੰ ਇੱਧਰ। ਮਾਂ ਚਾਹੇ ਆਪਣੇ ਪੁੱਤਰ ਨੂੰ ਦਾਨੀ ਬਣਾ ਸਕਦੀ ਹੈ, ਸੂਰਮਾ ਬਣਾ ਸਕਦੀ ਹੈ, ਭਗਤ ਬਣਾ ਸਕਦੀ ਹੈ। ਮਾਂ ਚਾਹੇ ਚੋਰ ਵੀ ਬਣਾ ਸਕਦੀ ਹੈ। ਅੱਜ ਪੈਨਸਲ ਚੱਕ ਕੇ ਲਿਆਇਆ, ਵਾਹ ਉਹ ਪੁੱਤਰਾ ਵਧੀਆ ਕੀਤਾ, ਕੱਲ੍ਹ ਨੂੰ ਪੈਨ ਚੱਕ ਲਿਆਊਗਾ, ਚਾਹ ਬਸ ਉਹਨੂੰ ਬਸਤਾ ਚੱਕ ਲਿਆਊਗਾ, ਫਿਰ ਰਸਤੇ ਘੇਰ ਕੇ ਖੋਹਣ ਲੱਗ ਜੂਗਾ। ਮਾਂ ਦੇ ਹੱਥ ਹੈ। ਮਾਂ ਉਸਤਾਦ ਹੈ, ਮਾਂ ਗੁਰੂ ਹੈ, ਪਰ ਮਾਂ ਦਾ ਦੇਣ ਦੁਨੀਆ ਦੇ ਲੋਕੋ ਕੋਈ ਦੇ ਨਹੀਂ ਸਕਦਾ। ਤੁਹਾਡੇ ਵਿੱਚ ਕੋਈ ਨਹੀਂ ਦੇ ਸਕਦੇ। ਆਪਾਂ ਮੈਂ ਵੀ ਵਿੱਚ ਤੁਹਾਡੇ। ਮਾਂ ਦਾ ਦੇਣ ਨਹੀਂ ਦਿੱਤਾ ਜਾਣਾ। ਮਾਂ ਵਰਗਾ ਕੋਈ ਦੁਨੀਆ ਤੇ ਨਾ ਕੋਈ ਰਿਸ਼ਤਾ ਹੋਇਆ, ਨਾ ਰਿਸ਼ਤਾ ਹੋਣਾ। ਇੱਕ ਛੋਟੀ ਜਿਹੀ ਗੱਲ ਕਰਦਾ, ਸਮਾਂ ਹੋ ਗਿਆ, ਬਿਸਲ ਵੱਜ ਗਈ ਹੈ। ਸਾਧ ਸੰਗਤ ਇੱਕ ਛੋਟਾ ਜਿਹਾ ਬੱਚਾ ਘਰ ਦੇ ਵਿੱਚ ਰੁੜਿਆ ਫਿਰਦਾ, ਬੋਲਣ ਨਹੀਂ ਲੱਗਿਆ। ਮੇਰੀਆਂ ਭੈਣਾਂ ਨੂੰ ਬੇਨਤੀ ਹੈ, ਸੁਣ ਲਿਓ ਥੋੜ੍ਹੀ ਜਿਹੀ ਗੱਲ। ਛੋਟਾ ਜਿਹਾ ਬੱਚਾ ਰੁੜਿਆ ਫਿਰਦਾ, ਤੁਰਨ ਨਹੀਂ ਲੱਗਿਆ, ਬੋਲਣ ਨਹੀਂ ਲੱਗਿਆ, ਰੁੜਦਾ ਹੈ। ਮਾਂ ਘਰ ਦੇ ਵਿੱਚ ਕੰਮਕਾਰ ਕਰਦੀ ਫਿਰਦੀ ਹੈ, ਅੰਦਰ ਜਾਂਦੀ ਹੈ, ਕਦੇ ਬਾਹਰ ਜਾਂਦੀ ਹੈ। ਜਦੋਂ ਕੋਲ ਦੀ ਮਾਂ ਲੰਘਦੀ ਹੈ, ਬੱਚਾ ਖੇਡਦਾ ਖੇਡਦਾ ਮਾਂ ਨੂੰ ਆ ਕਰ ਦਿੰਦਾ, ਹੱਥ ਉੱਪਰ ਨੂੰ ਕਰਕੇ ਉਹਦੀ ਆਵਾਜ਼ ਕਰ ਦਿੰਦਾ। ਜਦੋਂ ਉਹਦੀ ਆਵਾਜ਼ ਕਰੀ ਨਾ, ਮਾਂ ਸਮਝ ਗਈ ਮੇਰਾ ਪੁੱਤਰ ਕਹਿੰਦਾ ਮਾਂ ਮੈਨੂੰ ਭੁੱਖ ਲੱਗੀ ਆ, ਦੁੱਧ ਲਿਆ ਦੇ। ਮਾਂ ਨਾਲ ਦੀ ਨਾਲ ਲਿਆ ਕੇ ਦੇ ਦਿੱਤਾ। ਫੇਰ ਮਾਂ ਲੰਘਦੀ ਹੈ, ਫੇਰ ਦੀ ਆਵਾਜ਼ ਕਰਦਾ ਕਿ ਬੱਚਾ ਛੋਟਾ ਬੋਲਣ ਨਹੀਂ ਸਿੱਖਿਆ, ਅਸਾਰੀ ਕਰਦਾ ਕਰਦਾ। ਮਾਂ ਸਮਝ ਗਈ ਮੇਰਾ ਬੱਚਾ ਕਹਿੰਦਾ ਮੈਨੂੰ ਖਿਡੌਣੇ ਲਿਆ ਦੇ। ਮਾਂ ਸਮਝ ਗਈ, ਮਾਂ ਸੁੱਚ ਲਾ ਦੇ, ਮੈਂ ਟੀਵੀ ਦੇਖਣਾ ਹੈ। ਕਿਉਂ ਮਾਂ ਕਿਉਂ ਸਮਝ ਗਈ? ਇੱਕ ਕਹਾਣ ਹੈ, ਕਹਿੰਦੇ ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਜਾਣੇ। ਮਾਂ ਇਹ ਜਾਣ ਸਕਦੀ ਹੈ, ਹੋਰ ਨਹੀਂ। ਇਹ ਵੀ ਮੈਂ ਦੱਸੂਗਾ ਵੀ ਕਿਉਂ ਜਾਣਦੀ ਹੈ। ਸਾਧ ਸੰਗਤ ਹੁਣ ਬੱਚਾ ਪਲਦਾ ਗਿਆ, ਵੱਡਾ ਹੁੰਦਾ ਗਿਆ, ਮਾਂ ਬਜ਼ੁਰਗ ਹੁੰਦੀ ਗਈ, ਬੱਚਾ ਵਿਆਹਿਆ ਗਿਆ, ਮਾਂ ਦਾ ਅੰਤ ਸਮਾਂ ਨੇੜੇ ਆ ਗਿਆ, ਬਜ਼ੁਰਗ ਹੋ ਗਈ, ਮੰਜੇ ਤੇ ਪਈ ਹੈ। ਮੰਜੇ ਤੇ ਪਈ ਆ, ਅੰਤ ਸਮਾਂ ਨੇੜੇ ਆਇਆ ਹੈ। ਹੁਣ ਮਾਂ ਦੇ ਕੋਲੇ ਗਿਆ ਹੈ ਪੁੱਤਰ, ਕੋਲੇ ਖੜ ਕੇ ਪੁੱਛਦਾ ਹੈ ਮਾਂ ਨੂੰ,
ਕਹਿੰਦਾ ਮਾਂ ਕੁਝ ਖਾਣਾ ਹੈ? ਸਾਧ ਸੰਗਤ ਜੀ ਬੇਨਤੀ ਹੈ, ਜਦੋਂ ਸਾਡੀ ਮਾਂ ਆਖਰੀ ਸਵਾਸਾਂ ਦੇ ਪਈ ਹੈ, ਅਸੀਂ ਵੀ ਜਦ ਪੁੱਛਦੇ ਹਾਂ ਮਾਂ ਕੁਝ ਖਾਣਾ ਹੈ? ਤੇਰੀ ਆਖਰੀ ਇੱਛਾ ਕੀ ਹੈ? ਮਾਂ ਕੁਝ ਖਾਣਾ ਹੈ? ਜਦ ਮਾਂ ਪਹਿਲਾਂ ਕਹਿੰਦੀ ਸਾਰਾ ਟੱਬਰ ਦੁੱਧ ਪੀਂਦਾ, ਗਲਾਸ ਮੈਨੂੰ ਵੀ ਦੇ ਦੇ, ਕਿਉਂ ਪੀਟੀਊ ਸਾ ਮੰਗ ਭੱਜੇਗੀ, ਹੁਣ ਦੌੜ ਲਾਏਗੀ। ਜਦ ਅਸੀਂ ਮਖੌਲ ਕਰਕੇ ਸਾਰ ਦਿੰਦੇ ਹਾਂ ਮਾਂ ਨੂੰ। ਕੀ ਕਰਨਾ? ਤਗਮਾ ਜਿੱਤ ਕੇ ਲਿਆਏਗੀ ਦੁੱਧ ਪੀ ਕੇ, ਹੁਣ ਤਾਂ ਕੀ ਕਰਨਾ ਹੈ? ਉਦੋਂ ਤਾਂ ਅਸੀਂ ਕੁਝ ਖਾਣ ਪੀਣ ਨੂੰ ਦਿੰਦੇ ਨਹੀਂ, ਜਦੋਂ ਆਖਰੀ ਸਵਾਸਾਂ ਤੇ ਵੀ ਫੇਰ ਪੁੱਛਦੇ ਹਾਂ ਮਾਂ ਕੁਝ ਖਾਣਾ? ਹੁਣ ਕੀ, ਹੁਣ ਖਿਲਾ ਕੇ ਕੀ ਕਰਨਗੇ ਉਹ? ਜਦ ਖਿਲਾਉਣ ਦਾ ਸਮਾਂ ਤੀ, ਜਦ ਤਾਂ ਕੁਝ ਖਿਲਾਇਆ ਪਲਾਇਆ ਨਹੀਂ। ਪੁੱਛਿਆ ਮਾਂ ਨੂੰ, ਕਹਿੰਦਾ ਮਾਂ ਕੁਝ ਖਾਣਾ ਪੀਣਾ ਹੈ? ਮਾਂ ਨੇ ਥੋੜ੍ਹੀ ਜਿਹੀ ਬਾਂਹ ਉੱਪਰ ਨੂੰ ਚੱਕੀ, ਆਉਂ ਦੀ ਆਵਾਜ਼ ਕਰਕੇ ਬਾਂਹ ਥੱਲੇ ਛੱਡ ਦਿੱਤੀ, ਥੱਲੇ ਗਿਰ ਗਈ ਬਾਂਹ। ਮਾਂ ਬੋਲੀ ਨਹੀਂ, ਕਿਉਂ? ਅੰਤ ਸਮਾਂ ਨੇੜੇ ਆਇਆ। ਸਾਧ ਸੰਗਤ ਫੇਰ ਪੁੱਛਿਆ, ਕਹਿੰਦਾ ਮਾਂ ਕਿਸੇ ਨੂੰ ਮਿਲਣਾ ਹੈ? ਹੁਣ ਅਸੀਂ ਵੀ ਪੁੱਛਦੇ ਹਾਂ ਨਾ, ਸਾਡਾ ਬਜ਼ੁਰਗ ਥੋੜ੍ਹਾ ਜਿਹਾ ਬੋਲਣ ਤੋਂ ਹਟ ਜਾਵੇ, ਪਿਆ ਨਾਲ ਦੀ ਨਾਲੇ ਬਾਪੂ ਕਿਸੇ ਨੂੰ ਮਿਲਣਾ ਤਾਂ ਨਹੀਂ, ਬੇਬੇ ਕਿਸੇ ਨੂੰ ਮਿਲਣਾ ਹੈ? ਉਹ ਜਦੋਂ ਪਹਿਲਾਂ ਮਾਂ ਕਹਿੰਦੀ ਮੈਨੂੰ ਮਿਲਣ ਭੇਜ ਦਿਓ, ਜਦ ਤੱਕ ਕਹਿੰਦੇ ਮਾਂ ਦੀ ਉਹ ਤੇਰੀ ਪੈਨਸ਼ਨ ਆਉਣ ਵਾਲੀ, ਜਿੱਦਣ ਆ ਗਈ ਉਦਣ ਵਗ ਜਾਂਦੀ ਐ। ਸੋਹਣੀ ਸਰਕਾਰ ਪੈਨਸ਼ਨ ਦਿੰਦੀ ਹੁਣ ਤਾਂ ਤੈਨੂੰ, ਸਾਡੇ ਕੋਲ ਹੀ ਨਹੀਂ ਕੁਛ। ਭਾਈ ਗੱਡੀ ਖੜੀ ਆ ਲੈ ਜਾਓ, ਨਾ ਨਾ ਨਾ, ਇਹ ਤਾਂ ਬੱਚਿਆਂ ਨੂੰ ਲੈ ਕੇ ਮੈਂ ਚੱਲਿਆ ਸ਼ੋਪਿੰਗ ਕਰਨ ਵਾਸਤੇ, ਤੂੰ ਬੱਸ ਚੜ੍ਹ ਕੇ ਜਾਈ। ਉਦੋਂ ਤਾਂ ਮਾਂ ਨੂੰ ਕਿਸੇ ਨੇ ਬੱਠਾ ਪੁੱਛਿਆ ਨਹੀਂ ਵੀ ਤਾਂ ਕਿਹਨੂੰ ਮਿਲਣਾ ਹੈ, ਧੀ ਨੂੰ ਮਿਲਣ ਜਾਣਾ ਕਿ ਪੇਕਿਆਂ ਨੂੰ ਮਿਲਣ ਜਾਣਾ। ਹੁਣ ਮਾਂ ਆਖਰੀ ਸਵਾਸਾਂ 'ਤੇ ਪਈ ਹੈ, ਹੁਣ ਪੁੱਛਦੇ ਹਾਂ ਮਾਂ ਤਾਂ ਕਿੱਥੇ ਨੂੰ ਮਿਲਣਾ ਹੈ, ਹੁਣ ਕਿਹਨੂੰ ਮਿਲਾ ਦੇਂਗੇ ਆਪਾਂ? ਸਾਧ ਸੰਗਤ ਮਾਂ ਨੇ ਹੱਥ ਚੁੱਕਿਆ, ਥੋੜ੍ਹਾ ਆਉਂ ਦੀ ਆਵਾਜ਼ ਕਰਕੇ ਹੱਥ ਥੱਲੇ ਫੇਰ ਡਿੱਗ ਗਿਆ। ਘਰ ਵਾਲੀ ਨੂੰ ਬੁਲਾਇਆ, ਕਹਿੰਦਾ ਗੱਲ ਸੁਣ, ਮਾਂ ਕੋਈ ਇਸ਼ਾਰੇ ਜੇ ਕਰਦੀ ਆ, ਆਉਂ ਜੀ ਕਰਦੀ ਆ, ਹੱਥ ਜਿਹਾ ਚੱਕਦੀ ਆ, ਮੇਰੇ ਸਮਝ ਨਹੀਂ ਆਇਆ ਮਾਂ ਦਾ ਇਸ਼ਾਰਾ ਕੀ ਕਹਿੰਦੀ ਹੈ। ਘਰ ਵਾਲੀ ਕਹਿੰਦੀ ਤੇਰੀ ਮਾਂ ਹੈ, ਤੇਰੀ ਮਾਂ ਦੇ ਇਸ਼ਾਰੇ ਤੂੰ ਹੀ ਸਮਝ, ਮੈਂ ਕੀ ਸਮਝਾਂ? ਸਾਡੇ ਵੀ ਇਹੀ ਕੁਛ ਹੁੰਦਾ ਨਾ, ਦੱਸਦੇ ਨਹੀਂ ਅਸੀਂ, ਹੁੰਦਾ ਸਭ ਕੁਛ। ਕਹਿੰਦੇ ਮਾਂ ਕਹਿੰਦੀ ਤੇਰੀ ਮਾਂ ਹੈ, ਤੂੰ ਹੀ ਸਮਝ ਤੇਰੀ ਮਾਂ ਦੇ ਇਸ਼ਾਰੇ। ਕਹਿੰਦਾ ਘਰ ਵਿੱਚ ਮਾਸੀ ਆਈ ਹੋਈ ਆ ਆਪਣੀ ਮਿਲਣ ਵਾਸਤੇ, ਮਾਂ ਦੀ ਛੋਟੀ ਭੈਣ ਬਜ਼ੁਰਗ ਆ, ਉਹ ਬੈਠੀ, ਉਹਨੂੰ ਪੁੱਛ ਲੈਂਦੇ ਆ, ਮਾਸੀ ਆ ਦੇਖੀ ਮਾਂ ਕੀ ਕਹਿੰਦੀ ਆ, ਇਸ਼ਾਰੇ ਜੇ ਕਰੀ ਜਾਂਦੀ ਆ, ਆ ਊਂ ਕਰਦੀ ਆ। ਮਾਸੀ ਕਹਿੰਦੀ ਬਹਿ ਜਾ ਟਿਕ ਕੇ, ਬਹਿ ਜਾ। ਮੈਂ ਸਮਝ ਗਈ, ਓਏ ਪੁੱਤਰਾ ਜਦ ਤੂੰ ਛੋਟਾ ਜਿਹਾ ਹੁੰਦਾ ਵਿਹੜੇ 'ਚ ਰੁੜਦਾ ਸੀ, ਤੂੰ ਹੱਥ ਚੱਕ ਕੇ ਆ ਊਂ ਦੀ ਆਵਾਜ਼ ਕਰਦਾ ਸੀ, ਤੇਰੀ ਮਾਂ ਝੱਟ ਸਮਝ ਜਾਂਦੀ ਸੀ। ਅੱਜ ਤੇਰੀ ਮਾਂ ਹੱਥ ਚੱਕ ਕੇ ਆ ਊਂ ਕਰਦੀ ਆ, ਤੂੰ ਉਹਦੇ ਇਸ਼ਾਰੇ ਨਹੀਂ ਸਮਝ ਸਕਦਾ। ਤੇਰੀ ਮਾਂ ਤੇਰੇ ਸਾਰੇ ਸਮਝਦੀ ਸੀ, ਉਹਦੀਆਂ ਮੋਹ ਦੀਆਂ ਤੰਦਾਂ ਤੇਰੇ ਨਾਲ ਜੁੜੀਆਂ ਹੋਈਆਂ ਸੀ। ਮੇਰਾ ਪੁੱਤ ਹੈ, ਇਹ ਮੇਰੀ ਔਲਾਦ ਆ, ਮੇਰੇ ਸਰੀਰ ਦਾ ਟੁਕੜਾ ਹੈ। ਜੇ ਅੱਜ ਤੇਰੇ ਅੰਦਰ ਵੀ ਇਹ ਗੁਣ ਹੁੰਦਾ, ਤੇਰੇ ਵੀ ਮੋਹ ਦੀਆਂ ਤੰਦਾਂ ਹੁੰਦੀਆਂ, ਤਾਂ ਤੂੰ ਵੀ ਸਮਝ ਜਾਂਦਾ ਤੇਰੀ ਮਾਂ ਦੇ ਸਾਰੇ ਕੀਤੇ ਹੋਏ। ਤੇ ਤੂੰ ਤਾਂ ਹੁਣ ਉਹਦੇ ਬੱਚਿਆਂ ਨਾਲ, ਘਰ ਵਾਲੀ ਨਾਲ ਉੱਧਰ ਨੂੰ ਹੋ ਗਿਆ, ਮਾਂ ਬਾਪ ਨੂੰ ਤਾਂ ਭੁੱਲੇ ਗਏ। ਜੇ ਤੇਰੀਆਂ ਮਾਂ ਵਾਲੀਆਂ ਮੋਹ ਦੀਆਂ ਤੰਦਾਂ ਤੇਰੀ ਮਾਂ ਨਾਲ ਜੁੜੀਆਂ ਹੁੰਦੀਆਂ, ਅੱਜ ਤੂੰ ਵੀ ਸਾਰੇ ਮਾਂ ਦੇ ਕੀਤੇ ਹੋਏ ਸਮਝ ਸਕਦਾ ਸੀ। ਐਸਾ ਸਮਾਂ ਆ ਗਿਆ, ਸਮਾਂ ਤਬਦੀਲ ਹੋ ਗਿਆ, ਬਦਲ ਗਿਆ। ਆਸ਼ਰਮ ਕਿਉਂ ਖੁੱਲ੍ਹ ਗਏ? ਜੇ ਅਸੀਂ ਮਾਂ ਬਾਪਾਂ ਨੂੰ ਘਰੇ ਰੱਖ ਕੇ ਸੇਵਾ ਕਰੀਏ ਤਾਂ ਫਿਰ ਆਸ਼ਰਮਾਂ ਦੀ ਲੋੜ ਨਹੀਂ। ਸਾਧ ਸੰਗਤ ਜਾ ਕੇ ਦੇਖੋ ਕਿਵੇਂ ਆਸ਼ਰਮ ਭਰੇ ਪਏ ਨੇ ਬਜ਼ੁਰਗਾਂ ਦੇ ਨਾਲ। ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਨੇ, ਉਹਨਾਂ ਦੀ ਸੇਵਾ ਕਰੋ, ਸੰਭਾਲ ਕਰੋ। ਜੇ ਸੇਵਾ ਸੰਭਾਲ ਨਹੀਂ ਕਰੇਂਗੇ ਉਹ, ਫਿਰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ, ਮਹਾਰਾਜ ਜੀ ਕਹਿੰਦੇ ਇਹ ਘਰ ਕਰੈ ਸੋ ਇਹ ਘਰ ਪਾਏ। ਕਹਿੰਦੇ ਇੱਕ ਹੱਥ ਕਰ ਲਈ, ਦੂਏ ਭਰ ਲਈ। ਫਿਰ ਤੇਰੇ ਵਾਲਾ ਵੀ ਤਿਆਰ ਬੈਠੇ ਨੇ, ਦੇਖਦੇ ਨੇ ਵੀ ਕੀ ਕਰਦਾ ਇਹ ਬਾਪੂ ਨਾਲ, ਬਾਪੂ ਬੇਬੇ ਨਾਲ ਕੀ ਕਰਦੇ ਨੇ। ਤੇਰੇ ਵਾਲੇ ਤਿਆਰ ਬੈਠੇ ਨੇ, ਦੇਖਦੇ ਨੇ ਸਭ ਕੁਝ ਉਹੀ ਕੁਝ ਹੋਊਗਾ। ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘਰ ਕਰ ਲਈ, ਦੂਏ ਹੱਥ ਭਰ ਲਈ। ਸਾਧ ਸੰਗਤ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਾਂ ਬਾਪ ਨੇ, ਉਹਨਾਂ ਦੀ ਸੇਵਾ ਕਰੋ, ਉਹਨਾਂ ਦੇ ਸੰਭਾਲ ਕਰੋ, ਉਹਨਾਂ ਦਾ ਸਤਿਕਾਰ ਕਰੋ। ਮਾਂ ਬਾਪਾਂ ਨੇ ਮੁੜ ਕੇ ਨਹੀਂ ਦੁਨੀਆ ਤੋਂ ਲੱਭਣਾ, ਇਹ ਮੁੜ ਕੇ ਨਹੀਂ ਮਿਲਣੇ। ਜਿਨ੍ਹਾਂ ਦੇ ਮਾਂ ਬਾਪ ਚੁੱਲ ਗਏ ਉਹਨਾਂ ਨੂੰ ਪੁੱਛ ਕੇ ਦੇਖੋ। ਆ ਪੁੱਤਰਾਂ ਨੂੰ ਪੁੱਛੋ ਉਹਨਾਂ ਦੀ ਮਾਂ ਬਾਰੇ, ਆ ਧੀ ਨੂੰ ਪੁੱਛੋ ਕਿ ਤੇਰੀ ਮਾਂ ਤੁਰ ਗਈ, ਉਹਨੂੰ ਪੁੱਛ ਕੇ ਦੇਖੋ ਉਹਦਾ ਕਾਲਜਾ ਕੀ ਕਹਿੰਦਾ ਹੋਣਾ ਹੈ। ਕੋਈ ਕਵੀ ਕਹਿੰਦਾ ਜਦੋਂ ਨਾ ਮਾਂ ਦੁਨੀਆ ਛੱਡ ਕੇ ਚਲੀ ਗਈ, ਧੀ ਨੂੰ ਪਤਾ ਲੱਗਿਆ ਵੀ ਮੇਰੀ ਮਾਂ ਚੜ੍ਹਾਈ ਕਰ ਗਈ, ਉਹ ਨਾਲ ਲੈ ਕੇ ਸਰੀਕੇ ਨੂੰ ਨਾਲ ਆਈ। ਜਦੋਂ ਆ ਕੇ ਮਾਂ ਦੇ ਬਾਰ ਦੇ ਮੂਹਰੇ ਸਾਹਮਣੇ ਖੜ੍ਹ ਕੇ ਦੇਖਦੀ ਹੈ, ਅੰਦਰ ਰੋਣ ਦੀ ਆਵਾਜ਼, ਮੇਰੀ ਮਾਂ ਕਿਤੇ ਨਜ਼ਰ ਨਹੀਂ ਆ ਰਹੀ। ਜਦੋਂ ਧੀ ਪੇਕੇ ਘਰ ਆਉਂਦੀ ਹੈ, ਸਭ ਤੋਂ ਪਹਿਲਾਂ ਮਾਂ ਨੂੰ ਦੇਖਦੀ ਹੈ, ਮੇਰੀ ਮਾਂ ਕਿੱਥੇ ਹੈ। ਸਾਰਾ ਟੱਬਰ ਜੱਫੀਆਂ ਪਾ ਮਿਲ ਲਵੇ, ਜੇ ਮਾਂ ਨਾ ਮਿਲੇ ਨਾ, ਧੀ ਦਾ ਕਾਲਜਾ ਬਾਹਰ ਨੂੰ ਆਉਂਦਾ, ਮੇਰੀ ਮਾਂ ਕਿਉਂ ਨਹੀਂ, ਮੇਰੀ ਮਾਂ ਗਈ ਕਿੱਥੇ ਹੈ, ਕਿਉਂ ਨਹੀਂ ਮਿਲੀ ਮੈਨੂੰ। ਸਾਧ ਸੰਗਤ ਉਹ ਬਾਹਰ ਖੜੀ ਹੈ,
ਦੇਖਦੀ ਹੈ ਮੇਰੀ ਮਾਂ। ਉਹ ਕਵੀ ਕਹਿੰਦਾ ਫਿਰ ਧੀ ਦੇ ਅੰਦਰੋਂ ਇੱਕ ਲਾਟ ਨਿਕਲਦੀ ਹੈ, ਲਾਟ ਧਾ ਕਹਿੰਦੇ ਆ ਜਿਹਨੂੰ। ਉਹ ਕਹਿੰਦੀ ਹੈ ਕਾਵਰਾਂ ਵਿੱਚੋਂ ਬੋਲ ਨਹੀਂ ਮਾਏ, ਦੁੱਖ ਸੁੱਖ ਧੀ ਨਾਲ ਫੋਲ ਨਹੀਂ ਮਾਏ। ਮਾਂ ਮੈਂ ਪੇਕੇ ਆਵਾਂ ਜਾਵਾਂ, ਆਵਾਂ ਕਿਹੜੇ ਚਾਵਾਂ ਨਾਲ। ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਂ ਤੇਰੇ ਨਾਲੇ ਪੇਕੇ ਨੇ। ਮਾਵਾਂ ਨਾਲ ਪੇਕੇ, ਮਾਵਾਂ ਦੇ ਨਾਲੇ ਨਾਨਕੇ, ਨਾਨਕੇ ਵੀ ਮਾਂ ਨਾਲੇ ਹੁੰਦੇ ਨੇ। ਜਦੋਂ ਫਿਰ ਮਾਂ ਚਲੀ ਜਾਂਦੀ ਹੈ, ਕਈ ਰਿਸ਼ਤੇ ਨੇ ਜਿਹੜੇ ਸਾਡੇ ਵਿੱਚ ਦੂਰ ਚਲੇ ਜਾਂਦੇ ਨੇ, ਟੁੱਟ ਜਾਂਦੇ ਨੇ ਰਿਸ਼ਤੇ, ਫਿੱਕ ਪੈ ਜਾਂਦੀ ਹੈ। ਮਾਂ ਦੇ ਨਾਲੇ ਸੰਸਾਰ ਹੈ। ਜਿਹੜੀ ਮਾਂ ਨੇ ਸਾਨੂੰ ਜਗਤ ਸੰਸਾਰ ਦਿਖਾਇਆ, ਉਹ ਮਾਂ ਦੇ ਚਰਨਾਂ ਦੇ ਵਿੱਚ ਬਾਰ-ਬਾਰ ਪ੍ਰਣਾਮ ਕਰਿਆ ਕਰੋ, ਸਤਿਕਾਰ ਕਰੋ ਮਾਂ ਦਾ। ਆਓ ਸਾਰੇ ਜਾਣੇ ਰਲ ਕੇ ਆਪਾਂ ਮਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਮਾਂ ਦੇ ਪ੍ਰਤੀ ਅਰਦਾਸ ਕਰਨੀ ਹੈ। ਮੈਂ ਬੇਨਤੀ ਕਰਾਂ ਪਰਿਵਾਰਕ ਮੈਂਬਰਾਂ ਨੂੰ, ਕਾਕਾ ਗੁਰਜੰਟ ਸਿੰਘ ਨੂੰ, ਭਾਈ ਨਰਿੰਦਰ ਸਿੰਘ ਨੂੰ ਅਤੇ ਪਰਿਵਾਰ ਨੂੰ ਬੇਨਤੀ ਕਰਾਂ ਕਿ ਭਾਈ ਅਰਦਾਸ ਹੋਣੀ ਆ, ਮਾਂ ਦੀ ਅੰਤਮ ਅਰਦਾਸ। ਇਹਦੇ ਵਿੱਚ ਧੀ ਪੁੱਤਰਾਂ ਦਾ ਹੋਣਾ ਜ਼ਰੂਰੀ ਆ, ਰਿਸ਼ਤੇਦਾਰਾਂ ਨੇ ਤਾਂ ਆਈ ਜਾਈ ਜਾਣਾ ਹੈ। ਜੇ ਅਸੀਂ ਆਪਣੀ ਮਾਂ ਦੀ ਅਰਦਾਸ ਵਿੱਚ ਸ਼ਾਮਲ ਨਹੀਂ ਹੋਏ, ਬਾਹਰ ਗੱਲਾਂ ਬਾਤਾਂ ਮਾਰੀ ਗਏ, ਸੁਣੀ ਗਏ, ਫਿਰ ਐਡਾ ਵੱਡਾ ਪ੍ਰੋਗਰਾਮ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਦਾ। ਮਾਂ ਦੀ ਅੰਤਮ ਅਰਦਾਸ ਵਿੱਚ ਪਰਿਵਾਰ ਜ਼ਰੂਰ ਸ਼ਾਮਤ ਹੋਵੇ। ਕਿਤੇ ਵੀ ਜਾਂਦੇ ਅਸੀਂ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ। ਆਓ ਅਰਦਾਸ ਵਿੱਚ ਸ਼ਾਮਲ ਹੋਈਏ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਮਾਇਆ ਭੇਜੀ ਹੈ। ਮੇਰੇ ਸਤਿਕਾਰਯੋਗ ਵੀਰ ਬੈਠੇ ਨੇ, ਰਣਜੀਤ ਸਿੰਘ ਜੀ ਨੱਥ ਸਾਹਿਬ, ਸਰਪੰਚ ਸਾਹਿਬ, ਡਾਕਟਰ ਸਾਹਿਬ ਬੈਠੇ ਨੇ ਨਾਲ ਉਹਨਾਂ ਦੇ, ਡਾਕਟਰ ਮੇਰੇ ਵੀਰ ਜੱਸੀ ਜੀ ਬੈਠੇ ਨੇ ਅਕਾਲਗੜ੍ਹ ਤੋਂ। ਇਹ ਸਾਰੇ ਪਰਿਵਾਰ ਦੇ ਨਾਲ ਤਕਰੀਬਨ ਇਲਾਕੇ ਦੇ ਪਤਵੰਤੇ ਸੱਜਣ ਸਾਰੇ ਹੀ ਬੈਠੇ ਨੇ। ਮੈਂ ਸਾਰਿਆਂ ਦਾ ਹੀ ਧੰਨਵਾਦ ਕਰ ਦੇਵਾਂ। ਸਾਧ ਸੰਗਤ ਜੀ ਆਓ ਆਨੰਦ ਸਾਹਿਬ ਦਾ ਜਾਪ ਕਰੀਏ ਅਤੇ ਗੁਰੂ ਚਰਨਾਂ 'ਚ ਅਰਦਾਸਾਂ ਕਰੀਏ। ਮਹਾਰਾਜ ਉਸ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਅਸਥਾਨ ਬਖਸ਼ੋ, ਵਿੰਗੀਆਂ ਟੇਢੀਆਂ ਜੂਨਾਂ ਤੋਂ ਬਚਾ ਕੇ, ਆਵਾਗਮਨ ਦੇ ਚੱਕਰ ਤੋਂ ਬਚਾ ਕੇ ਰੱਖਿਓ। ਕਿਰਪਾ ਕਰਿਓ ਅੱਗੇ ਵਾਸਤੇ ਪਰਿਵਾਰ ਦੇ ਵਿੱਚ ਭਾਈ ਸਾਹਿਬ ਭਾਈ ਸੁੱਚਾ ਸਿੰਘ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਿਓ। ਹਰ ਮੈਦਾਨ ਫਤਿਹ ਬਖਸ਼ਿਓ। ਸਾਧ ਸੰਗਤ ਅਰਦਾਸਾਂ ਬੇਨਤੀਆਂ ਕਰਕੇ ਜਾਣੀਆਂ ਨੇ। ਜਿੰਨੀਆਂ ਸੰਗਤਾਂ ਨੇ ਮਾਇਆ ਭੇਜੀ ਆ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਾਧ ਸੰਗਤ ਕਦੇ ਵੀ ਸਾਨੂੰ ਸੇਵਾ ਦਾ ਮੌਕਾ ਦਿਓ, ਭਾਵੇਂ ਖੁਸ਼ੀ ਦਾ ਪ੍ਰੋਗਰਾਮ ਹੈ, ਕੋਈ ਵੀ ਪ੍ਰੋਗਰਾਮ ਹੈ, ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦਾ। ਸਾਧ ਸੰਗਤ ਸਾਰੇ ਜਾਣ ਦਿਓ। 10 ਦਾ ਨਗਰ ਦਰਗਾਹ ਪੂਰਾ ਨੇੜੇ ਹੈ, ਬਾਹਰ ਕਲੋਨੀਆਂ ਦੇ ਵਿੱਚ ਮੇਰਾ ਮਕਾਨ ਹੈ। ਕਦੇ ਵੀ ਸਿੱਧਾ ਸੰਪਰਕ ਕਰ ਲਿਓ, ਕਦੇ ਵੀ ਲੋੜ ਪਵੇ ਜਦ ਮਰਜ਼ੀ ਆਵਾਜ਼ ਮਾਰ ਲਿਓ। ਤੁਹਾਡਾ ਭਰਾ, ਤੁਹਾਡਾ ਵੀਰ ਹਾਜ਼ਰ ਹੋਵੇਗਾ। ਆਓ ਆਨੰਦ ਸਾਹਿਬ ਦੇ ਜਾਪ ਦੇ ਵਿੱਚ ਸਾਰੀਆਂ ਸੰਗਤਾਂ ਸਹਿਯੋਗ ਦਿਓ ਜੀ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਜ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਹਰੀ ਕੇ ਰਾਮ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਰਹੋ ਮਨ ਮੇਰੇ ਗੁਰੂ ਸਾਹਿਬ ਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਗੱਲਾਂ ਸੁਣ ਸੁਆਮੀ ਉਹ ਕਮਲੋਂ ਬਸਾਰੀ। ਮੇਰੇ ਸਦਾ ਰਹੋ ਹਰ ਨਾਲੇ। ਸਾਰੀ ਸਹਿਬਾ ਕਿਆ ਨਹੀਂ ਕਰਤੇ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਦਾਸ ਮਸਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਸੁਖਾਂ ਸਭ ਗਵਾਈਆਂ, ਹਰ ਸਾਥ ਸੁਖ ਮਨ ਆਏ ਵਸਿਆ। ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰ ਵਿਟ ਹੋ, ਜਿਸ ਦੀਆਂ ਇੰਜ ਵਡਿਆਈਆਂ। ਕਹਿ ਨਾਨਕ ਸੁਣ ਲੋ ਸੰਤੋ, ਸਭ ਕਰੂ ਪਿਆਰੋ
ਸ਼ਬਦ ਨਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰਿਆ। ਅੰਤ ਦੂਤ ਵਾਸੋ ਕੀਤੇ ਕਾਲ ਕੰਠ ਤੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਬਾਤਿਆ। ਵਡ ਭਾਗਿਓ ਸਗਲ ਮਨੋਰਥ ਪੂਰੇ। ਆਇ ਬਰਕਤ ਪਾਇਆ ਉਤਰੇ ਸਗਲ। ਗੁਰੂ ਸੰਤਾ ਪਿਤਰੇ ਸੁਣੀ ਸਚੀ ਬਾਣੀ। ਸੰਤ ਸਾਧੂ ਹੈ ਸੁਣ ਕੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਮੰਤਰਾਂ ਨੂੰ ਉਚਾਰ ਲਗਾ ਕੇ ਵਾਦੇ ਅਨਹਦ ਸਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਸੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਉਚਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਦੇ ਮੁਖ ਉਚਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ।